प्रीत मन लागी, प्रीत मन लागी, प्रीत मन लागी, प्रीत मन लागी। प्रीत मन सब मेल देखो, गीत मान लागी, सब मेल देखो, गीत मान लागी। गीत मान
चार पाँव तन राखो मन की बातों जो प्रभु की हर कथा सुना आन दिन फिरो चित पूछे मेरा पूर्व कर्म अंतर जन प्रभु भेट्यो पुरुष न सिकवे भेट्यो मंदिर में वित मरना कोई जग अंत मिली बड़ भागी संत मिली बड़ भागी संत मिले बड़ भागी संत मिली बड़ भागी बड़ भागी संत संत मिले बड़ भागी गुरु संत मिले बड़ भागी संत मिले बड़ भागी संत मिले बड़ भागी ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗ ਸਰਬ ਸਾਧ ਸੰਗਤ ਨਗਰ ਮਡੂਖਾ ਗੁਰਦੁਆਰਾ ਡਿਊਟੀ ਸਾਹਿਬ ਪਾਵਨ ਪਵਿੱਤਰ ਸਤਿਗੁਰੂ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ ਔਰ ਇਸ ਗੁਰੂ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਜੋ ਇਸ ਗੁਰੂ ਸਾਗਰ ਦਾ ਮਹਾਤਮ ਹੈ परम पवित्र गुरु साहिबान के 10 पातशाहियों के स्वै स्वरूप शरदा भावना वाले इत्थे अकथ कथ है परमेश्वर आप साधु रूप हो के तन संत महाराज 20वीं सदी के अवतारां दी होर भी उस समय साधु बहुत होए पर संत महाराज की जो निराली जोत और उन्होंने दे पावन पवित्र स्वरूप दे और अमृत रसना दे और दरगाही इलाही रब्बी जोत दे जो नूरानी दर्शन ते अमृत वचन संत महाराज बाबा तर सिंह आम चलदा साडे पर कितने साधुआं विचों गुरु सागर दी अकथ कथ है संत महाराज नूं बार बार नमस्कार। इस भूमि दे वसनीक बड़े बड़े विद्वान साधु कथागर और अमृत बाणी दे रसीए ये श्रद्धालु गुरसिख आला दुआला जो सचखंड है इस विच भैन भरा मर्जी बड़े संत महाराज दे खास कर नाम ते और परमेश्वर दा गुरु दा और संत महाराज दा जो एक स्वरूप ही तक के इको निशाना रख के शरदा नाल कई कई कुलां हो गईयां पुत पोतियां तक सब इको ही प्यार की जोत नूं तकदे ने तक रहे ने तकदे आए और उस अमृत दा जो एक सागर है समुंदर है छला मारदा मान सरोवर है सतसंगत है आप आनंद मान दिओ। श्रीमान संत गुरदेव सिंह जी इस स्थान ते सवाईमान मौजूद समय श्रीमान इस तो पहला सचखंड वासी संत अमर सिंह जियां दा प्यार अपनी बड़ी सेवा कोल कमाई कर गए और स्वामी जी श्री पंडित बिहारी लाल जी राज पंडित शास्त्री जी महान विशाल विद्वान और कितने गुरमुख और वीर भरा बुजुर्ग बड़े बड़े सियाणे माइयां भाइयां संत महाराज की सचखंड की पावन पवित्र भूमि के वसनीक
ਸ਼ਹਿਰ ਨਿਵਾਸੀ ਸੰਗਰੂਰ ਆਲਾ ਦੁਆਲਾ ਸਭ ਸੰਗਤ ਸਜੇ ਹੋਏ ਹੋ। ਬਹੁਤ ਸਮੇਂ ਤੋਂ ਆਪ ਨਾਲ ਇਸੇ ਤਰ੍ਹਾਂ ਹੀ ਇਹ ਪਿਆਰ ਚੱਲਿਆ ਹੁੰਦਾ ਹੈ। ਇਸੇ ਪਿਆਰ ਨੂੰ ਆਪ ਮਹਾਰਾਜ ਦੇ ਬਚਨ ਤੇ ਕੁਦਰਤੀ ਜੋ ਅੰਮ੍ਰਿਤ ਬਚਨ ਚੱਲਦੇ ਆਉਂਦੇ ਨੇ ਉਹਨਾਂ ਦੇ ਦਰਗਾਹੋਂ ਨਹੀਂ ਪ੍ਰਭੂ ਜੀ ਵਸੈ ਸਾਧ ਕੀ ਰਸਨਾ। ਔਰ ਆਪ ਪਰਮੇਸ਼ਰ ਹੀ ਸਾਧੂ ਰੂਪ ਹੋ ਕੇ ਵਿਚਰੇ। ਉਹਨਾਂ ਦੇ ਅਨੁਭਵ ਬਚਨ ਭਵਿੱਖਤ ਬਚਨ ਜੋ ਪੂਰੇ ਹੋਏ ਨੇ ਹੋ ਰਹੇ ਨੇ। ਉਹਨਾਂ ਦੀ ਇਕੱਠ ਕਥਾ ਦੇ ਬਚਨ ਕੋਈ ਸਰਵਣ ਕੀਤੇ ਸਭ ਸੰਗਤਾਂ ਜਾਣੂ ਹਨ। ਇਸ ਨੂੰ ਜਾਣੂ ਹੁੰਦਿਆਂ ਹੋਇਆਂ ਅੱਗੇ ਵੀ ਵਰਤਾਉਣਾ ਹੁੰਦਾ, ਅੱਗੇ ਵੀ ਸ਼ਰਧਾ ਬਣਾਉਣੀ ਹੁੰਦੀ ਹੈ। ਇਹ ਖਜ਼ਾਨਾ ਵਰਤਾਉਣ ਦਾ ਵੀ ਭਾਗਾਂ ਵਾਲਿਆਂ ਦੇ ਹੱਥ ਵਿੱਚ ਆਉਂਦਾ। ਦੁਰੇਡਿਆਂ ਤੱਕ ਸੰਗਤਾਂ ਜਿਨ੍ਹਾਂ ਨੂੰ ਸੰਤ ਮਹਾਰਾਜ ਦੇ ਉਜਲ ਦੀਦਾਰ ਹੋਣੇ, ਸੇਵਾ ਔਰ ਸਿਮਰਨ ਦਾ ਦੀਵਾਨਾਂ ਦਾ ਸਮਾਂ ਮਿਲਿਆ, ਉਹਨਾਂ ਦੇ ਘਰਾਂ ਵਿੱਚ ਵੀ ਜਾਓ। ਪੁੱਤ ਪੋਤਰੇ ਵੀ ਉਪਮਾ ਕਰਦੇ ਨੇ, ਪਰ ਉਹ ਇੱਕ ਇਨ ਸਰਕਲ ਜਿਹਨੂੰ ਕਹਿੰਦੇ ਨੇ ਆਪਣੇ ਘਰ ਘਰ ਹੈ ਪਿੰਡ ਵਿੱਚ। ਪਰ ਬਾਹਰ ਵਰਤਾਉਣਾ ਜਿਹੜਾ ਹੋਰ ਵੀ ਇਸ ਨੂੰ ਪ੍ਰਵਾਹ ਚੱਲਦਾ ਰੱਖਣਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ ਹੈ, ਇਹ ਹੈ, ਪਰ ਇਹਨੂੰ ਵਰਤਾਉਣਾ ਵੀ ਹੈ ਕਿ ਉਹ ਧਾਰਮਿਕ ਜੋ ਸੰਤ ਮਹਾਰਾਜ ਜਿਨ੍ਹਾਂ ਦੇ ਹਿਰਦਿਆਂ 'ਚ ਆ ਪਰਮੇਸ਼ਰ ਗੁਰੂ ਵਸ ਜਾਵੇ, ਉਸ ਨੂੰ ਹੋਰ ਵਰਤਾਉਂਦੇ ਰਹਿੰਦੇ ਨੇ। ਇਸ ਦੇ ਨਾਲ ਆਉਣ ਵਾਲੀਆਂ ਪਨੀਰੀਆਂ ਸਮਾਂ ਬੱਝਿਆ ਰਹਿੰਦਾ ਹੈ। ਇਹ ਭਾਗਾਂ ਵਾਲਿਆਂ ਨੂੰ ਪ੍ਰਚਾਰ ਕਰਨਾ ਔਰ ਸ਼ਰਧਾ ਦੇ ਸ਼ਬਦ ਸੰਤ ਮਹਾਰਾਜ ਦੇ ਅੰਮ੍ਰਿਤ ਜੀਵਨ ਦੀਆਂ ਅੰਮ੍ਰਿਤ ਸਾਖੀਆਂ ਆਮ ਚੱਲਦੀ ਹੈ। ਸਾਖੀ ਚਲੋ ਇਸੇ ਨਾਲ ਹੀ ਅੰਮ੍ਰਿਤ ਜੀਵਨ ਨਾਲ ਜੋੜਨਾ, ਇਹ ਵੀ ਇੱਕ ਮਹਾਨ ਪੁੰਨ ਹੈ। ਸਮਝੋ ਉਹਨਾਂ ਵਿੱਚ ਸੰਤ ਮਹਾਰਾਜ ਵਸ ਕੇ ਮੈਂ ਤਿੰਨੇ ਸਰੂਪਾਂ ਦਾ ਹਰ ਕੇ ਗੁਰ ਕੇ ਗੁਣ ਸੰਤਨ ਕੇ ਵਰਨੇ ਤਨ ਤੇ ਮਨ ਤੇ ਚਿਤ ਲਾਈ। ਪਰਮੇਸ਼ਰ ਦੇ, ਗੁਰੂ ਦੇ ਤੇ ਸੰਤ ਮਹਾਰਾਜ ਦੇ ਕੋਈ ਮਨ ਨਾਲ ਮਨ ਵਚ ਕਰਮ ਕਰਕੇ ਵਰਣਨ ਕਰਦਾ, ਕਰਦੇ ਆਏ ਆ, ਕਰਾਂਗੇ। ਇਹ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਔਰ ਅੱਗੇ ਵੀ ਸਿੰਚਣਾ ਹੁੰਦਾ, ਸਿੰਜਣਾ ਹੁੰਦਾ। ਅੱਜ ਦੇਖੋ ਜੇਠ ਦਾ ਮਹੀਨਾ ਤਪਦੀ ਪਈ ਹੈ ਧਰਤੀ, ਫਿਰ ਅੱਗੇ ਵਾਸਤੇ ਵੀ ਸੋਹਣੀ ਹੈ। ਦੇਖੋ ਸਾਵਣ ਆਉਣਾ, ਸਰਸਾਵਲੀ ਹੋਣੀ ਹੈ, ਉਹਨੂੰ ਫਿਰ ਵੀ ਜਲ ਦੀ ਲੋੜ ਹੈ। ਉਹ ਹਰਿਆਵਲ ਐਵੇਂ ਨਹੀਂ ਆਉਂਦੀ ਹੈ ਸੁੱਕਿਆਂ ਵਿੱਚ, ਜੇ ਅੱਜ ਸੁੱਕੇ ਦਾਣੇ ਸੁੱਟ ਦਈਏ ਇਉਂ ਨਹੀਂ ਆਉਂਦੀ। ਜਲ ਨਾਲ ਜਲ ਮਿਲਾਉਣ ਵਾਂਗੂ ਉੱਤੋਂ ਵਰਸਣਾ ਹੈ। ਬਿਨ ਪੱਗਾ ਵਰਸਤ ਫਿਰਾਹੀ ਦੇ ਪ੍ਰਮਾਣ। ਵੀ ਇਹ ਸਾਧੂ ਜਾਂ ਕੋਈ ਪਰਉਪਕਾਰੀ, ਜਿਸ ਤਰ੍ਹਾਂ ਗਿਆਨੀ ਜੀ ਸ਼੍ਰੀ ਮਹੰਤ ਔਰ ਸੰਤਾਂ ਦੇ ਰੂਪ ਵਿੱਚ ਸੰਤ ਮਹਾਰਾਜ ਦੇ, ਕਿਉਂਕਿ ਇਸ ਸੰਸਥਾਨ ਦੀ ਜੋ ਰਚਨਾ ਹੈ ਧੂੜੀ ਹੈ, ਇਹਦੇ ਨਾਲ ਇੱਕ ਇੱਕ ਕਿਣਕੇ ਦਾ ਵੀ ਜਸ ਕਰਦੇ ਜਾਓ, ਉਪਮਾ ਕਰਦੇ ਜਾਓ, ਥੋੜ੍ਹੀ ਹੈ। ਉਹ ਪ੍ਰਚਾਰ ਇਹ ਅੰਮ੍ਰਿਤ ਵਰਤਾਉਣਾ, ਆਮ ਪ੍ਰਚਾਰ ਕਹਿੰਦੇ ਨੇ, ਆ ਪ੍ਰਚਾਰ ਦੇਣਾ ਵੀ ਪ੍ਰਚਾਰ ਕਰਦੇ ਨੇ। ਇਹਦੇ ਵਿੱਚ ਔਰ ਸ਼ਰਧਾ ਨਾਲ ਕੋਈ ਸ਼ੰਕਾ ਵੀ ਕਰਦਾ, ਉਹਨੂੰ ਨਿਵਰਤ ਕਰਨਾ ਹੁੰਦਾ। ਕੋਈ ਸਵਾਲ ਕਰਦਾ, ਉਹਨੂੰ ਰਫੂ ਕਰਕੇ ਉਹਨੂੰ ਫਿਰ ਸਿੱਧੇ ਰਸਤੇ 'ਤੇ ਕਿ ਡੋਲ ਨਾ ਜਾਵੇ। ਇਹ ਕਿਸੇ ਭਾਗਾਂ ਵਾਲੇ ਦ੍ਰਿੜ ਸੁਣਾਤਾ ਜਪਾਤਾ। ਕਈ ਦਫਾ ਗੁਰੂ ਨਾਨਕ ਸਾਹਿਬ ਦੇ ਵਚਨ ਵੀ ਮਹਾਰਾਜ ਨੇ ਸੁਣਾਏ ਨਹੀਂ, ਵੀ ਸੁਣਾ ਕੇ ਅੱਗੇ ਲੰਘ ਗਏ ਨਹੀਂ, ਫਿਰ ਜਪਾਇਆ ਵੀ, ਜਪੋ ਪਾਈ ਨਾ। ਸੰਤ ਮਹਾਰਾਜ ਉਸ ਵੇਲੇ ਆ ਬਾਜੇ ਠੀਕ ਹੈ ਰਾਗੀ ਲੋਕਾਂ ਕੋਲ ਸਨ, ਜਿੱਥੇ ਕੋਈ ਜਾਣਦਾ ਹੀ ਨਹੀਂ ਸੀ, ਬਿਲਕੁਲ ਅਲਫ ਵਜ਼ਨੁ ਅਲਫ, ਕੌਮੀ ਅਨਪੜ੍ਹ ਲੋਕ, ਗੁਰਮਤ ਦਾ ਬਿਲਕੁਲ ਕੋਈ ਸਾਧਨ ਨਹੀਂ ਸੀ। ਇੱਥੇ ਹੀ ਨਹੀਂ ਵੀ ਅਸੀਂ ਨਗਰ ਬਡਰੁੱਖਾ ਗੁਰੂ ਸਾਗਰ ਮਸਤੂਆਣਾ ਸਾਹਿਬ, ਕਿਉਂਕਿ ਮੇਰਾ ਤਾਂ ਬਾਹਰ ਤੁਰਨਾ ਫਿਰਨਾ ਚੱਲਦਾ ਰਹਿੰਦਾ। ਇਕੱਲੇ ਹੀ ਮਹਾਰਾਜ ਇਕਾਂਤ ਇੱਕ ਚੰਡੀਗੜ੍ਹ ਤੋਂ ਉੱਤੇ ਸੇ ਪਹਾੜੀ ਇਲਾਕੇ 'ਚ ਗਏ। ਛੋਟੇ ਛੋਟੇ ਉਹ ਲੋਕ, ਮਧਰੇ ਕੱਦ ਔਰ ਛੋਟੇ ਛੋਟੇ ਮਕਾਨ, ਛੋਟੀਆਂ ਛੋਟੀਆਂ ਕਿਆਰੀਆਂ ਔਰ ਛੋਟਾ ਜਿਹਾ ਸਥਾਨ ਬਣਿਆ। ਉੱਥੇ ਵੀ ਦੀਵਾਨ ਸਨ। ਦਾਸਨੀ ਕੀਰਤਨ ਦਾ ਸਮਾਂ, ਚਲੋ ਕੁਛ ਕਈ ਸਾਲ ਹੋ ਗਏ। ਇੱਕ ਦੋ ਪ੍ਰੇਮੀ ਆਏ, ਗੁਰਸਿੱਖ ਸੀ, ਬਾਣੀ ਸੁਣੀ। ਉਹ ਮਹਾਤਮਾ ਦੇ ਬਾਹਰ ਵੀ ਦੀਵਾਨਾਂ 'ਚੋਂ ਕੁਛ ਬਾਣੀ ਦਾ ਆਨੰਦ ਵੀ ਮਾਣ ਕੇ ਆਏ ਸੀ ਗਿਆਨੀ ਗੁਰਬਚਨ ਸਿੰਘ ਜੀਆਂ ਕੋਲੋਂ। ਆਖਿਰ ਉਹ ਸੁਣ ਕੇ ਕਥਾ ਕੀਰਤਨ ਮੇਰੇ ਨਾਲ ਵਿਚਾਰ, ਕਹਿੰਦੇ ਮੈਂ ਤੁਹਾਨੂੰ ਕੀ ਆਖਾਂ ਵੀ ਤੁਸੀਂ ਕੌਣ ਹੋ। ਕਦੇ ਕਹਿ ਦੇਣ ਮੈਂ ਕਹਿੰਦੇ ਕਲੇਰਾਂ ਵਾਲੇ ਬਾਬਿਆਂ ਦੇ ਵੀ ਦਰਸ਼ਨ ਕੀਤੇ, ਪਿੰਡਾਂ ਵਾਲਿਆਂ ਦੀ ਮੈਂ ਕਥਾ ਸੁਣੀ। ਕੀ ਸੁਣੀ? ਗਿਆਨੀ ਸੁੰਦਰ ਸਿੰਘ ਦੀ ਕਥਾ ਵੀ ਮੈਂ ਸੁਣੀ। ਕਹਿੰਦੇ ਬਹੁਤ ਬਚਨ ਪਿਆਰ ਨਾਲ। ਪਰ ਮੈਂ ਜਿਹੜਾ ਕਿ ਮੈਂ ਛੋਟਾ ਜਿਹਾ ਬੱਚਾ ਸੀ, ਇੱਥੇ ਸੰਤ ਮਹਾਰਾਜ ਕੋਲ ਗੜਵਾ ਕੋਲ
ਕਛਹਿਰੇ ਪਰਨੇ ਦੀ ਗੱਲ ਟਿਕਾ ਵਿੱਚ ਬਸ ਆ ਸਾਡੇ ਨਗਰਾਂ ਵਿੱਚ ਪਹਾੜੀ ਇਲਾਕੇ ਵਿੱਚ ਇਕੱਲੇ ਹੀ ਆ ਗਈ। ਆ ਗੁਰਦੁਆਰਾ ਸਾਹਿਬ ਉਹਨਾਂ ਦਾ ਇਕੱਲਿਆਂ ਨੇ ਇਹ ਸਾਡੇ ਲੋਕਾਂ ਨੂੰ ਇਕੱਠੇ ਕਰ ਲੈਣਾ ਔਰ ਜਪੋ। ਕਿਆ ਆਨੰਦ ਸੀ, ਕਹਿੰਦੇ ਮੇਰੇ ਉਹ ਯਾਦ ਹੈ, ਜਪੋ ਸਤਨਾਮ 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 ਜੀ। ਮਹਾਰਾਜ ਦਾ ਵੀ ਵਚਨ, ਉਹ ਪ੍ਰੇਮੀ ਨੇ, ਅਖੰਡ ਪਾਠੀ ਸੀ ਉਹ, ਇੱਕ ਦੋ ਪ੍ਰੇਮੀ ਹੋਰ ਵੀ ਕਹਿਣ ਕਿ ਦੇਖੋ ਜਿਹੜੀ ਧਰਤੀ ਵਿੱਚ ਪਹਾੜੀ ਇਲਾਕਾ ਕੋਈ ਜਾਣੇ ਨਾ ਪਛਾਣੇ। ਉਸ ਵੇਲੇ ਤਾਂ ਰਾਹ ਵੀ ਨਹੀਂ ਸੀ, ਸੜਕਾਂ ਵੀ ਨਹੀਂ ਸਨ, ਕਿਵੇਂ ਇਕਾਂਤ ਕੱਲਿਆਂ ਨੂੰ ਹੀ ਜਾ ਕੇ ਹਰ ਇੱਕ ਸੱਥ ਆਇਆ ਵਰਸਾਣੇ ਬਹੁ ਤੇਰੇ ਵਾਲੀ ਗੱਲ ਹੀ ਨਹੀਂ। ਔਰ ਉਹਨਾਂ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਕਹਿਣ ਲੱਗੇ ਸਾਨੂੰ ਨਾ ਬੈਠਣਾ ਆਵੇ ਨਾ ਬੋਲਣਾ। ਪਤਾ ਨਹੀਂ ਕਈ 5-7 ਪਿੰਡ ਲੰਘ ਕੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਨੂੰ ਮਿਲਿਆ। ਬਸ ਮਹਾਰਾਜ ਚੌਰ ਚਲਾਉਂਦੇ ਹੀ ਪਹਿਲਾਂ ਸਾਨੂੰ ਸ਼ੁਰੂ ਇੱਥੋਂ ਕੀਤਾ। ਆਪ ਦੋ ਧਾਰਨਾ ਪ੍ਰੇਮੀ ਨੇ ਸੁਣਾਈਆਂ। ਕੱਟੜ ਸਿੱਖ ਦੇਖਣ ਵਿੱਚ ਆਵੇ, ਪਰ ਉਹਦੇ ਜਦੋਂ ਪਿਆਰ ਦੇ ਵਚਨ ਸੁਣੇ ਦੀਵਾਨ ਤੋਂ ਬਾਅਦ ਇੱਕ ਪ੍ਰੇਮੀ ਦੇ ਘਰ ਜਥੇਦਾਰ ਉਹਨੂੰ ਕਹਿੰਦੇ ਸੀ ਨੌਜਵਾਨ ਨਾਲ ਵੀ ਉਹਦੇ ਘਰ, ਕਹਿੰਦਾ ਮਹਾਰਾਜ ਮੇਰੀ ਸੁਣਤਾ ਲਓ, ਭਾਵੇਂ ਮੈਂ ਹੁਣ ਆਪਣੀ ਕਿਰਤ ਕਮਾਈ ਕਰਦਾ, ਖੇਤੀ ਪਰਿਵਾਰ ਪਾਲਦਾ ਔਰ ਹੋਰ ਵੀ ਵਿਵਹਾਰ ਕਰਦਾ, ਪਰ ਮੇਰੇ ਉਹ ਬਚਨ ਛੋਟੇ ਜਿਹੇ ਹੁੰਦੇ ਦੇ ਯਾਦ ਨੇ। ਬਸ ਸਾਨੂੰ ਨਾ ਬੈਠਣਾ ਨਾ, ਅਸੀਂ ਪਿਆਰ ਨਾਲ ਕਿਹਾ ਪਿਆਰ ਦੇ ਮੇਰੇ ਅੱਜ ਕੁਦਰਤੀ ਉਹ ਛੱਲ ਪਈ ਤੋਂ ਯਾਦ ਆ ਗਿਆ ਵੀ ਇਕੱਲੇ ਹੀ ਨਹੀਂ ਇੱਥੇ ਔਰ ਪੋਟਵਾਰ ਵੱਲ ਦੀਆਂ ਧਰਤੀਆਂ ਦਾ ਕੀ ਪਹਾੜੀ ਇਲਾਕੇ ਦੀ ਕਿਤੇ ਕਿਤੇ ਤੁਹਾਨੂੰ ਕਥਾ ਇਹ ਸੰਤ ਮਹਾਰਾਜ ਦੇ ਜੀਵਨ ਦਾ ਆਊ। ਪਿਆਰ ਨਾਲ ਪਹਿਲਾਂ ਪੜਿਓ ਸਤਨਾਮ ਜਪੋ। ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ ਸਤਨਾਮ ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਮੇਰੇ ਯਾਦ ਆਇਆ ਉਹ ਨਗਰ ਤੀੜਾ, ਤੀੜਾ ਮਲੋਆ ਇਸ ਤਰ੍ਹਾਂ ਦਾ ਸ਼ਬਦ ਨਗਰ ਨੇ, ਉੱਤੇ ਨੂੰ ਪੈ ਜਾਂਦਾ ਤਰੁੰਦੀਪੁਰੀ ਵੱਲ ਨੂੰ ਸਮਝੋ, ਚੰਡੀਗੜ੍ਹ ਤੋਂ ਸਾਹਮਣੇ ਇੱਕ ਛੋਟੀ ਜਿਹੀ ਨਦੀ ਵਗਦੀ ਹੈ। ਉਹਦੇ ਉਤਲੇ ਹਿੱਸੇ 'ਚ ਨੇ ਛੋਟੇ ਛੋਟੇ ਪਿੰਡ, ਚੌਧਰੀ ਲੋਕ, ਗਰੀਬ ਲੋਕ। ਕਹਿੰਦੇ ਮੇਰੇ ਯਾਦ ਹੈ ਫਿਰ ਸੰਗਤਾਂ ਨੇ ਉਵੇਂ ਜਿਵੇਂ ਗੂੰਜਾਂ ਪਾਰੇ। ਮਹਾਰਾਜ ਦੇ ਦਰਸ਼ਨਾਂ ਤੋਂ ਦੀਵਾਨਾਂ ਤੋਂ ਬਾਅਦ ਕੋਈ 10-15 ਦਿਨ ਮਹਾਰਾਜ ਉਹਨਾਂ ਨਗਰਾਂ ਵਿੱਚ ਰਹੇ, 15 ਦਿਨ। ਉਦੋਂ ਬਾਅਦ ਕਹਿੰਦੇ ਅਸੀਂ ਇਹੀ ਜਪੀ ਜਾਇਆ ਕਰੇ, 6-6 ਮਹੀਨੇ ਸਾਡੀ ਇਹੀ ਰਟਨ ਰਹੀ, ਸਾਡੇ ਹਿਰਦਿਆਂ 'ਚ ਖੁੱਭ ਗਏ। ਜਪ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇਹ ਸ਼ਬਦ ਪੜ੍ਹਿਆ ਕਹਿੰਦੇ, ਪਰ ਇਹ ਤਾਂ ਸੁਪਨੇ ਵਾਂਗੂ ਯਾਦ ਹੈ। ਕਹਿੰਦੇ ਦੂਸਰਾ ਸਾਡੇ ਲੋਕਾਂ ਦੇ, ਮੈਂ ਸਿਰਫ ਸੰਤ ਮਹਾਰਾਜ ਦੀਆਂ ਦੋ ਧਾਰਨਾ ਹੀ, ਉਹ ਪ੍ਰੇਮੀ ਦੇ ਵੀ ਹਿਰਦੇ 'ਚ ਔਰ ਇਲਾਕੇ ਵਿੱਚ ਵੀ ਜਿੱਥੇ ਕੋਈ ਸੰਗਤ ਜਾਣਦਾ ਹੀ ਨਹੀਂ ਸੀ, ਸਮਝੋ ਗੁਰੂ ਨਾਨਕ ਸਾਹਿਬ ਦਾ ਹੀ ਉੱਥੇ ਤਾਂ ਐ ਸਰੂਪ ਨਜ਼ਰ ਆਉਂਦਾ ਹੈ। ਅਨੁਭਵੀ ਸ਼ਬਦ ਵਿਚਾਰ ਨੇ ਮੈਂ ਆਪਦੇ ਜੋ ਵੀ ਉਹਨਾਂ ਤੋਂ ਸਿਵਾਏ ਹੋਰ ਕਿਸੇ ਸਾਧੂ ਦੇ ਹੱਥ ਵਿੱਚ ਇਹ ਖਜ਼ਾਨਾ। ਠੀਕ ਹੈ ਕਿ ਉਦੋਂ ਬਾਅਦ ਰੀਸਾਂ ਜਾਂ ਉੱਦਾਂ ਹੀ ਪ੍ਰਚਲਿਤ ਵੀ ਇੱਦਾਂ ਹੀ ਮਰਦੰਗ ਚਿਮਟੇ ਬਾਜੇ ਲੈ ਲਓ ਚਲਾਓ, ਪਰ ਇਕੱਲਿਆਂ ਕੋਈ ਸਾਜ਼ ਨਾ ਹੋਵੇ, ਕੋਈ ਰਾਗੀ ਨਾ ਹੋਵੇ, ਕੋਈ ਸੈਕਟਰੀ ਨਾ ਹੋਵੇ, ਕੋਈ ਸਟੇਜ ਨਾ, ਬੈਠੇ ਹੀ ਚੌਰ ਚਲਾਉਂਦਿਆਂ ਦਾ ਇੰਨਾ ਪ੍ਰਤਾਪ ਵਰਗਿਆ। ਔਰ ਉਹ ਕਹਿਣ ਲੱਗਿਆ ਵੀ ਸਾਡੇ ਗਰੀਬ ਲੋਕ ਝੌਂਪੜੀਆਂ ਛੱਪਰੀਆਂ 'ਚ ਰਹਿਣ ਵਾਲਿਆਂ ਤੋਂ ਆ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਗਿਆ। ਉਸ ਵੇਲੇ ਮਹਾਰਾਜ ਬਣਾ ਕੇ ਗਏ। ਦੂਜੀ ਧਾਰਨਾ ਪਿਆਰ ਨਾਲ ਆਪਣੇ ਵੀ ਹਿਰਦਿਆਂ 'ਚ ਸੁਣਦੇ ਹੀ ਰਹਿੰਦੇ ਆ, ਕੁਦਰਤੀ ਯਾਦ ਆ ਗਏ।
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮਾ ਬੋਲੇ, ਇਹ ਸ਼ਬਦ ਮਹਾਰਾਜ ਦੇ ਪਿਆਰ ਨਾਲ ਕਹਿੰਦੇ। ਉਦੋਂ ਤੋਂ ਬੱਚੇ ਸੀ, ਪੜ੍ਹੇ ਵੀ ਭਾਵੇਂ, ਪਰ ਫਿਰ ਸੋਚੀਏ ਵੀ ਇਹ ਧਾਰਨਾ ਜੋ ਸੰਤ ਮਹਾਰਾਜ ਦੀਆਂ ਉੱਥੇ ਵਰਤਾਈਆਂ, ਜਿਨ੍ਹਾਂ ਨਾਲ ਫਿਰ ਸੰਤ ਮਹਾਰਾਜ ਨੇ ਸਤਨਾਮ ਤੇ ਵਾਹਿਗੁਰੂ ਸ਼ਬਦ ਤੇ ਉਹਨਾਂ ਲੋਕਾਂ ਨੂੰ ਉਸ ਸਮੇਂ ਦਿਆਂ ਨੂੰ ਜੋ ਜਿਵੇਂ ਅੰਮ੍ਰਿਤ ਵਰਖਾ ਕੀਤੀ, ਚਾਨਣ ਵਰਤਾਇਆ, ਚਾਨਣ ਲਾਈਟ ਦਿੱਤੀ ਕੁਛ, ਵੀ ਇਸ ਦੇ ਨਾਲ ਕੀ ਕੁਛ ਮਿਲਦਾ ਹੈ। ਕਹਿੰਦੇ ਉਹ ਮੇਰੇ ਤਾਂ ਸਮਝ ਨਹੀਂ, ਬਜ਼ੁਰਗਾਂ ਦੇ ਯਾਦ ਹੈ, ਪਰ ਮੇਰੇ ਧਾਰਨਾ ਜ਼ਰੂਰ ਯਾਦ ਨੇ। ਔਰ ਸਾਡੇ ਇਲਾਕੇ ਵਿੱਚ ਵੀ ਉਹ ਪਹਾੜੀ ਇਲਾਕਾ ਪੈ ਜਾਂਦਾ, ਮੈਂ ਕੀੜਾ ਸ਼ਬਦ ਤਾਂ ਬੋਲ ਗਿਆ, ਨਗਰ ਉਦੋਂ ਬਾਅਦ ਵੀ ਉਤਲੇ ਹਿੱਸਿਆਂ ਤੱਕ ਵੀ ਭਾਵ ਇੱਕ ਮਹਾਂਪੁਰਖ ਦਾ ਪ੍ਰਤਾਪ। ਅਸੀਂ ਤਾਂ ਕਹਿੰਦੇ ਹਾਂ ਜੇ ਜਾਣੂ ਪਛਾਣੂ ਨਹੀਂ ਤਾਂ ਉੱਥੇ ਜਾਣਾ ਹੀ ਕੀ ਹੈ। ਪਰ ਸੰਤ ਮਹਾਰਾਜ ਤਾਂ ਇਹ ਉਹਨਾਂ ਪਤਾ ਨਹੀਂ, ਜੋ ਗੁਰੂ ਨਾਨਕ ਸਾਹਿਬ ਦੇ ਅਵਤਾਰ ਸਰੂਪ ਜਿਹੜੀਆਂ ਧਰਤੀਆਂ ਪੁਕਾਰਾਂ ਕਰਦੀਆਂ ਸੀ, ਕੋਈ ਜਥਾ ਕੋਲ ਨਹੀਂ ਸੀ ਉਸ ਵੇਲੇ, ਇਕੱਲੇ ਹੀ ਚਲੇ ਜਾਣਾ। ਜਥਿਆਂ ਦਾ ਠੀਕ ਹੈ, ਉਹਨਾਂ ਦੀ ਨਜ਼ਰ ਹੈ, ਜਿੱਥੇ ਮਰਜ਼ੀ ਉਹ ਸਾਜ ਲੈਂਦੇ ਸਨ, ਪਰ ਇਹ ਪ੍ਰਤਾਪ ਪੁਰਖ ਨਿਰਵਾਣ, ਉਹਨਾਂ ਦਾ ਪ੍ਰਤਾਪ ਹੀ ਐਸਾ ਸੀ। ਉਹਨਾਂ ਨਾਲ ਗੁਪਤ ਫੌਜਾਂ, ਗੁਪਤ ਸ਼ਕਤੀਆਂ, ਚਿਤਰਗੁਪਤ ਸਿੰਘ ਸ਼ਹੀਦ, ਇਹ ਕੀ ਪਤਾ ਕਿਤਨੇ ਕੁ ਰਾਗੀ ਨਾਦੀ ਸੋਦਰ ਦਾ ਜਿਵੇਂ ਸ਼ਬਦ ਪੜ੍ਹੋ, ਕਿਤਨੇ ਕੁ ਨਾਲ ਫੌਜਾਂ ਹੁੰਦੀਆਂ ਨੇ। ਉਹਨਾਂ ਦਾ ਪ੍ਰਤਾਪ ਉਹ ਤਾਂ ਦਰਗਾਹ 'ਚੋਂ ਨਾਲ ਹੀ ਲੈ ਕੇ ਆਉਂਦੇ ਹੁੰਦੇ। ਇੱਥੇ ਨਹੀਂ ਉਹ ਤਿਆਰ ਕਰਦੇ ਵੀ ਮੈਂ ਇੱਕ ਇਹ ਨਮੂਨਾ ਬਣਾ ਲਵਾਂ, ਐਸਾ ਕੋਈ ਇਹ ਹੋਵੇ, ਨਹੀਂ। ਉਹਨਾਂ ਦੇ ਤਾਂ ਜੋ ਇੱਕ ਸ਼ਕਤੀਆਂ ਦੇ ਪਹਿਰੇ ਨੇ, ਨਾਲ ਹੀ ਆਪਣੀਆਂ ਫੌਜਾਂ, ਉਹ ਸਾਡੇ ਨੇਤਰ ਨਹੀਂ ਦੇਖਣ ਵਾਲੇ ਹੁੰਦੇ। ਉਹ ਤਾਂ ਜਿਨ੍ਹਾਂ ਨੂੰ ਨਜ਼ਰ ਕਰਦੇ, ਜਿਨ੍ਹਾਂ ਥੋੜ੍ਹੀ ਥੋੜ੍ਹੀ ਨਜ਼ਰ ਵੀ, ਹਰ ਇੱਕ ਝਲਕ ਵੀ ਨਹੀਂ ਚੱਲ ਸਕਦਾ। ਇਹੋ ਜਿਹੇ ਪਿਆਰ ਦੇ ਵਚਨ ਮੈਂ ਕੁਛ ਆਪ ਜੀ ਨਾਲ ਜੋ ਪ੍ਰਭ ਮਿਲ ਵੇਖੋ ਪ੍ਰੀਤਮ। ਸੰਤ ਮਹਾਰਾਜ ਦਾ ਭਾਵ ਇੱਥੇ ਹੀ ਨਹੀਂ, ਜਿੱਧਰ ਵੀ ਕਹੇ, ਜਿੱਥੇ ਅੱਜ ਉਸ ਇਸ਼ਤਿਹਾਰ ਦੀ ਪਿਆ ਪਵਿੱਤਰ ਇਸ ਭੂਮੀ ਦੀ ਉਪਮਾ ਔਰ ਮੁੱਖ, ਜਿੱਥੇ ਵੈ ਸੰਸਾਰ ਜਾਂਦਾ ਸੋ ਥਾਨ ਸੁਹੰਦਾ, ਸੌਂਦਾ ਕਿ ਨਹੀਂ। ਇੱਦੋਂ ਅੱਗੇ ਬਾਣੀ ਨਾਲ, ਸਾਧੂਆਂ ਨਾਲ, ਗੁਰੂ ਦੀ ਬਾਣੀ ਤੇ ਗੁਰਸਿੱਖਾਂ ਨਾਲ ਔਰ ਉਹਨਾਂ ਬਚਨਾਂ ਨਾਲ ਸੋਭਦਾ ਹੈ ਜਾਂਦਾ। ਸੋਨੇ ਤੇ ਸੁਹਾਗੇ ਵਾਲਾ ਆ ਸਾਹਮਣੇ ਸਮਾਂ ਹੈ। ਇੱਦੋਂ ਕਿਉਂ? ਉਹ ਸੇਵਨ ਸਮਰਥ ਆਪਣਾ, ਉਹ ਤਾਂ ਆਪੇ ਸਮਰਥ ਸੀ। ਸੇਵਨ ਕਰਨਾ ਤੇ ਕਰਾਉਣਾ, ਇੱਕ ਰੀਤੀ ਨੂੰ ਪ੍ਰਚਲਿਤ ਕਰਨਾ, ਮਾਰਗ ਦ੍ਰਿੜਾਉਣਾ, ਚਲਾਉਣਾ, ਜਪਾਉਣਾ। ਇਸ ਯੁੱਗ ਦੇ ਭਲੇ ਵਾਸਤੇ ਸੰਤ ਮਹਾਰਾਜ ਨੇ ਆਪਦਾ ਅਵਤਾਰ ਧਾਰਨ ਕੀਤਾ। ਇਹ ਤਾਂ ਮਾਣ ਮਿਲਣਾ ਸੀ ਇਸ ਇਲਾਕੇ ਨੂੰ। ਇਸ ਇਲਾਕੇ ਦੀ ਵੀ ਮਹਾਨ ਕੋਈ ਚੰਗੀ ਭਗਤੀ ਕੀਤੀ ਹੈ, ਤਪੱਸਿਆ ਕੀਤੀ ਹੈ। ਜਿਸ ਤਰ੍ਹਾਂ ਭਗਵਾਨ ਰਾਮ ਜੀ ਸ਼ਾਮ ਜੀ ਆਏ, ਅਯੁੱਧਿਆ ਜਾਂ ਦੁਆਰਕਾ ਜਾਂ ਨਨਕਾਣਾ ਸਾਹਿਬ, ਰਾਏ ਭੋਏ ਦੀ ਤਲਵੰਡੀ, ਇਹ ਧਰਤੀ ਦੀ ਵੀ ਕੋਈ ਤਪੱਸਿਆ ਦਾ ਹੀ ਸਦਕਾ ਹੈ, ਬਲ ਹੈ, ਜਿਸ ਨਾਲ ਸੰਤ ਮਹਾਰਾਜ ਨੇ ਆਪਦਾ ਅਵਤਾਰ ਧਾਰਨ ਕਰਕੇ ਇਸ ਇਲਾਕੇ ਨੂੰ, ਇਕੱਲੇ ਨੂੰ ਨਹੀਂ, ਉਹ ਤਾਂ ਸਾਰੇ ਸੰਸਾਰ ਦੇ ਸਾਂਝੇ, ਜਿੱਥੇ ਵੈ ਸੰਸਾਰ ਜਾਂ ਤੋਂ ਉਹਨਾਂ ਦਾ ਤਾਂ ਜਿੱਧਰ ਲੰਘ ਜਾਂਦੇ ਚਰਨ ਧੂੜੀ ਵੀ ਹੈ ਔਰ ਚੌਂਕੜਾ ਲੱਗ ਜਾਣਾ। ਕਈ ਦਫਾ ਪ੍ਰਮਾਣ ਦਿੱਤੇ ਜਾਂਦੇ ਨੇ
ਵੀ ਨਿਰਮਲ ਚੋਗ ਦਾ ਵੀ ਦਾਸ ਨੇ ਮਹਾਂਪੁਰਸ਼ ਦਾ ਨਿਰਮਲਿਆਂ ਦਾ ਰਚਨ ਕੀਤਾ ਸੀ। ਮਿਲ ਜਾਂਦੀਆਂ ਨੇ ਕੋਈ, ਪਰ ਟੀਕਾ ਮਾਤਰ। ਔਰ ਉਸ ਦੇ ਨਾਲ ਪੁਰਾਣਕ ਕਥਾ ਦਾ ਵੀ ਮੈਂ ਨਿਚੋੜ ਐ ਗਿਣ ਕੇ ਮਾਤਰ ਬੋਲੂੰਗਾ। ਸਿਰਫ ਉਹਨਾਂ ਵਰਣਨ ਕੀਤਾ ਹੈ ਕਿ ਇੱਕ ਰੋਗੀ ਹੈ, ਰੋਗੀਆਂ ਦੀਆਂ ਐ 2-3 ਮਿਸਾਲਾਂ ਦਿੱਤੀਆਂ ਨੇ। ਮਿਸਾਲਾਂ ਕਿ ਜਿਸ ਤਰ੍ਹਾਂ ਇੱਕ ਮਲੇਰੀਏ ਦਾ ਸਮਝ ਲਓ ਰੋਗੀ ਹੈ, ਉਹ ਜਿੱਥੇ 1-2 ਦਿਨ ਉਹ ਜਲਦੀ 1 ਲੱਖ ਤੋਂ ਕਾਬੂ ਪਾ ਲੈਂਦਾ ਮਰੀਜ਼ ਤੇ, ਪਰ ਉਹ ਜਿੱਥੇ ਵੀ ਟਿਕਿਆ ਖੜਦਾ ਉਹਦੇ ਅੰਦਰ ਐਸੇ ਕਿਰਮ ਜ਼ਿਰਮ ਪੈਦਾ ਹੋ ਗਏ, ਆਖਿਰ ਚਲੋ ਬਿਮਾਰੀ ਰਫੂ ਵੀ ਹੋ ਗਈ, ਤਾਂ ਵੀ ਹਫ਼ਤਾ ਜਾਂ 8 ਦਿਨ ਉੱਥੇ ਉਹ ਕਿਰਮ ਜਿਹੜੇ ਕਿ ਹੋਰ ਨੂੰ ਵੀ ਰੋਗੀ ਕਰਦੇ ਨੇ 8 ਦਿਨ ਰਹਿੰਦੇ ਨੇ। 8 ਦਿਨਾਂ ਬਾਅਦ ਉਸ ਰੋਗੀ ਦੇ ਜਿਹੜੇ ਕਿਰਮ ਨੇ, ਦੋਸ਼ ਨੇ, ਉਹ 8 ਦਿਨ ਤੱਕ ਆਲੇ ਦੁਆਲੇ ਖੰਡਾ ਦਿੱਤੇ। 8 ਦਿਨ ਤੋਂ ਬਾਅਦ ਉਹ ਖਤਮ ਹੁੰਦੇ ਆ, 8 ਦਿਨ ਰਹਿੰਦੇ ਨੇ। ਇਸੇ ਤਰ੍ਹਾਂ 1-2 ਹੋਰ ਬਿਮਾਰੀਆਂ ਵਰਣਨ ਕਰ ਦਿੱਤੀਆਂ। ਤਪਦਿਕ ਦੇ ਰੋਗੀ ਤੱਕ ਲੈ ਗਏ। ਜੇ ਤਪਦਿਕ ਦਾ ਜਿਹਦੇ ਹੱਡੀਆਂ ਪਸਲੀਆਂ ਤੱਕ ਵੀ ਉਹ ਬਿਮਾਰੀ ਕਾਬੂ ਪਾ ਜਾਂਦੀ ਹੈ, ਬਹੁਤ ਲੰਮਾ ਸਮਾਂ ਵੀ ਲੈ ਜਾਂਦੀ ਹੈ। ਔਰ ਉਹ ਜਿੱਥੇ ਆਪਦਾ ਆਰਾਮ ਕਰਦਾ ਹੈ, ਕਮਰਾ ਹੈ, ਉੱਥੇ ਉਸ ਦੀ ਆਖਿਰ ਅਸਾਧ ਰੋਗ ਹੋ ਜਾਏ, ਫਿਰ ਵੀ ਉਹਦੇ ਕਿਰਮ ਨੇ, ਜਿਹੜੇ ਤੱਤ ਨੇ, ਜਰਾਸੀਮ ਨੇ, ਉਹ ਉੱਥੇ ਆਲਾ ਦੁਆਲਾ ਧਰਤੀ ਵਿੱਚ ਆਪਦਾ ਵਾਸਾ ਕਰ ਲੈਂਦੇ ਨੇ। ਕਰਦੇ ਕਰਦੇ 6 ਮਹੀਨੇ ਤੱਕ, ਜਿਉਂ ਰੋਗੀ ਮੌਤ ਵੀ ਉਹਦੀ ਹੋ ਗਈ, ਤੁਰ ਗਿਆ, 6 ਮਹੀਨੇ ਤੱਕ ਉੱਥੇ ਉਹ ਅਸਰ ਕਰੂਗਾ, ਸਾਲ ਵੀ ਲਾ ਦੇਊਗਾ। 6 ਮਹੀਨੇ ਉਹ ਕੋਈ ਹੋਰ ਜਿਹਨੂੰ ਕੋਈ ਰੋਗ ਨਹੀਂ, ਅਰੋਗਤ ਹੈ, ਉਹ ਵੀ ਉਸ ਕਮਰੇ ਵਿੱਚ ਜਾ ਕੇ ਉਹਦੀ ਸਫਾਈ ਨਹੀਂ ਹੋਈ, ਉਹਦੀ ਕੋਈ ਖੁਦਾਈ ਨਹੀਂ ਹੋਈ, ਲਿਪਾਈ ਨਹੀਂ ਹੋਈ, ਉੱਥੇ ਹੀ ਜਾ ਕੇ ਉਹ ਆਪਣਾ ਟਿਕਾਣਾ ਕਰਦਾ ਹੈ। ਉਹਨੂੰ ਵੀ ਉਹੀ ਕਿਰਮ ਉਵੇਂ ਜਿਵੇਂ ਰੋਗ ਪੈਦਾ ਕਰ ਦਿੰਦੇ ਹਨ। ਭਾਵ ਇਹੋ ਜਿਹੀ, ਪਰ ਜਿੱਥੇ ਆਖਿਆ ਜੀ ਇਹ ਇੰਨਾ ਕੁਝ ਅਸਰ ਕਰਦੇ ਨੇ, ਪਰ ਰੱਬ ਦੇ ਬੰਦਗੀ ਕਰਨ ਵਾਲਿਆਂ ਦਾ ਆਖਿਆ। ਜਿਵੇਂ ਗਰੜ ਪੁਰਾਣ ਵਿੱਚ ਆਊ, ਸਵਾਮੀ ਜੀ ਵੀ ਬੈਠੇ ਨੇ, ਵਿਦਵਾਨ ਨੇ, ਤੇ ਇੱਥੇ ਤੱਕ ਹੈ ਕਿ 5000 ਵਰਸ ਤੱਕ ਜਿਵੇਂ ਮਹਾਂਪੁਰਸ਼ ਕੋਈ ਸਮਾਧੀ ਲੈ ਗਿਆ, ਉਸ ਸਮਾਧੀ ਲਈ ਦਾ 5000 ਵਰਸ ਤੱਕ ਉੱਥੇ ਜੋ ਸਿਮਰਨੋਂ ਕਰਦੇ ਨੇ, ਭਾਵੇਂ ਓੰਗ ਸੋਹੰ ਜਪਦੇ ਨੇ, ਰਾਮ ਰਾਮ ਕਹਿੰਦੇ ਨੇ, ਗੋਬਿੰਦ ਗੋਬਿੰਦ ਜਪਦੇ ਨੇ, ਨਾਰਾਇਣ ਨਾਰਾਇਣ ਕਹਿੰਦੇ ਹਨ। ਸਤਨਾਮ ਸ਼ਬਦ ਹੈ ਉਹਨਾਂ ਦੀ ਟੇਕ, ਇੱਕ ਗੁਰਮੰਤਰ ਜਿਹਦਾ ਸਰੂਪ ਸਭ ਹੈ ਰਾਮ, ਰਾਮ ਹੈ ਆਤਮ, ਸਭ ਆਤਮ ਰਾਮ ਪਸਾਰਾ ਹੈ, ਸਭ ਆਰਾਮ ਹੀ ਰਾਮ ਹੈ। ਉਹਨੂੰ ਆਤਮਾ ਸਮਝ ਲਿਆ, ਆਤਮਾ ਹੀ ਰਾਮ ਹੈ, ਇਹਦਾ ਹੀ ਪਸਾਰਾ ਸਾਰਿਆਂ ਵਿੱਚ ਦੇਖਣਾ। ਜਿਨ੍ਹਾਂ ਨੇ ਇਹੀ ਅਜਪਾ ਜਾਪ ਓੰਗ ਸੋਹੰ ਐਸੇ ਜਾਪ ਜਪਦੇ ਆ, ਉਹ ਧਰਤੀ ਵਿੱਚ ਆਲੇ ਦੁਆਲੇ ਜਿੱਥੇ ਬੈਠਦੇ ਵੀ ਨੇ, ਜਿੱਥੇ ਆਸਣ ਆਲਾ ਦੁਆਲਾ ਐ ਰੰਗਿਆ ਜਾਂਦਾ ਹੈ ਕਿ 5000 ਵਰਸ ਉਸ ਤਰ੍ਹਾਂ। ਪਰ ਉੱਥੇ ਵਰਣਨ ਕਿ ਸਾਧੂ ਜਿੱਥੇ 1 ਦਿਨ ਵੀ ਬੈਠ ਕੇ ਉਹਨੇ ਇਉਂ ਸਮਝੋ 1 ਪਹਿਰ ਆਪਦਾ ਗੁਜ਼ਾਰ ਦਿੱਤਾ, 1 ਪਹਿਰ ਦੀ ਸਮਾਧੀ ਲੱਗ ਗਈ, 1 ਪਹਿਰ ਨਾਲ ਉਹਨੇ ਆਲਾ ਦੁਆਲਾ ਇਸ ਤਰ੍ਹਾਂ ਰੰਗ ਦੇਣੇ, ਇਸ ਤਰ੍ਹਾਂ ਅੰਮ੍ਰਿਤ ਬਾਣੀ ਦੇ ਉੱਥੇ ਜੀਵ ਆਤਮਾ ਸਰੂਪ ਸਮਝੋ ਤੁਸੀਂ, ਐ ਕਿਰਨਾਂ ਹੀ ਕਿਰਨਾਂ ਸੂਰਜ ਦੀਆਂ ਸਮਝੋ ਆਲੇ ਦੁਆਲੇ ਐ ਪਸਾਰ ਦੇਣੀਆਂ ਹਨ ਕਿ ਉਸ ਧਰਤੀ ਵਿੱਚ 4 ਯੁੱਗ ਤੱਕ ਦੀ ਸਮਾਧੀ ਦਾ ਆਨੰਦ ਔਰ ਅਨਹਦ ਤੋਂ ਨਾ ਚੱਲਦੀਆਂ ਰਹਿੰਦੀਆਂ। ਜਿੱਥੇ ਇੱਕ ਬੰਦਗੀ ਵਾਲਾ ਸਿਮਰਨ ਕਰਦਾ ਹੈ ਕਿ ਉਹਦਾ ਚੌਂਕੜਾ ਲੱਗ ਜਾਵੇ, ਉਹਦੀ ਸਮਾਧੀ ਲੱਗੀ ਜਾਵੇ, ਸੁਨ ਸ਼ਬਦ ਸਾਇਲੈਂਟ, 4 ਯੁੱਗਾਂ ਪ੍ਰਤੀ ਭਗਤੀ ਭਗਵਾਨ ਨੇ ਆਖਿਆ ਹੈ ਅਰਜਨ, ਭਗਤੀ ਅਮਰ, ਭਗਤੀ ਕਰਨ ਵਾਲੇ ਵੀ ਅਮਰ ਹੋ ਜਾਂਦੇ ਆ। ਆਤਮਾ ਅਮਰ ਹੈ, ਇਹਦੇ ਤੇ ਸਾਂਖ ਸ਼ਾਸਤਰ ਦਾ ਪ੍ਰਮਾਣ ਦੇ ਦੇ ਕੇ ਗੀਤਾ ਵਿੱਚ ਗਿਆਨ ਦੜਾਇਆ, ਤੂੰ ਮੇਰੀ ਆਤਮਾ ਸਰੂਪ ਹੋ ਗਿਆ। ਪਰਮਾਤਮ ਸਰੂਪ ਆਤਮਾ ਤੋਂ ਕਦੇ ਜਨਮ ਦੀ ਮਰਦੀ ਨਹੀਂ, ਇਹਨੂੰ ਹਰਕ ਸੋਗ ਨਹੀਂ, ਇਹਨੂੰ ਰਾਗ ਦੁਐਕਸ਼ ਕੋਈ ਨਹੀਂ, ਇਹਨੂੰ ਆਉਣਾ ਜਾਣਾ ਕੋਈ ਨਹੀਂ, ਇਹਨੇ ਲੈਣਾ ਦੇਣਾ ਕੋਈ ਨਹੀਂ। ਤਾਂ ਤੇ ਤੂੰ ਇਹ ਆਤਮ ਰਾਮ, ਇਹ ਸਿੱਖਾ, ਇਹ ਅਰਜਨ, ਤੂੰ ਮੇਰੀ ਆਤਮਾ ਹੋ ਕਰਕੇ ਤੂੰ ਫਿਰ ਹਰਕ ਸੋਗ ਵਿੱਚ, ਰਾਗ ਦੁਐਕਸ਼ ਵਿੱਚ ਕਿਉਂ ਪੈ ਗਿਆ ਹੈ? ਆਤਮ ਦਾ ਹੀ ਪ੍ਰਸਾਦ, ਬ੍ਰਹਮ ਆਤਮ ਹੈ। ਤੋ ਜਿੱਥੇ ਐਸਾ ਆਨੰਦ ਆਉਂਦਾ ਹੈ, ਤੋ ਸਿੱਧਾਂ ਦਾ ਸਵਾਲ ਮੈਂ ਇਹਨੂੰ ਹੁਣ ਸਿੱਧ ਕਰਦਾ ਹੋਇਆ, ਸਿੱਧ ਗੋਸ਼ਟ ਆਪ ਪੜ੍ਹੇ ਹੋ, ਵਿਚਾਰਦੇ ਹੋ ਰੋਜ਼, ਸਹਿਜ ਪਾਠ, ਅਖੰਡ ਪਾਠ, ਕੋਈ ਹੋਰ ਜਿਹਨੂੰ ਲਗਨ ਹੈ ਪੰਜ ਗ੍ਰੰਥੀ ਦੀ, ਸਿੱਧ ਗੋਸ਼ਟ ਪੜ੍ਹਦਾ ਹੈ ਔਰ ਵੀ ਅਰਥ ਬੋਧ ਵਿਚਾਰ ਕਰਦਾ ਹੈ ਕਿ ਆਮ ਬੰਦਿਆਂ ਨਾਲ ਨਹੀਂ ਸੀ ਚਰਚਾ ਹੋ ਰਹੀ, ਪੂਰਨ ਫਕੀਰਾਂ ਨਾਲ, ਜਿਹੜਾਂ ਦੀਆਂ ਰਿੱਧੀਆਂ ਸਿੱਧੀਆਂ
ਹਾਸਲ ਕੀਤੀਆਂ ਸਨ, ਆਕਾਸ਼ਾਂ ਮੰਡਲਾਂ ਵਿੱਚ ਉੱਡਦੇ ਸਨ, ਉਹਨਾਂ ਨਾਲ ਇਹ ਵਿਚਾਰ ਬ੍ਰਹਮ ਵਿਚਾਰ ਹੋਇਆ ਸੀ। ਇਹ ਨਹੀਂ ਸੀ ਉੱਥੇ ਕੋਈ ਲੜਾਈ ਝਗੜਾ ਵਾਦ ਵਿਵਾਦ ਹੋ ਰਿਹਾ ਸੀ, ਨਹੀਂ, ਬ੍ਰਹਮ ਵਿਚਾਰ ਹੋ ਰਿਹਾ ਸੀ। ਲੋਕ ਜਾਣਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਰੱਬ ਦੀ ਵਿਚਾਰ ਹੋ ਰਹੀ ਸੀ, ਉਹਦਾ ਸਵੈ ਸਰੂਪ ਹੋਣ ਦੀ ਸੀ। ਆਓ ਸ਼ਬਦ ਸੁਨ ਸਮਾਧੀ ਤੇ ਆ ਗਿਆ। ਸੁਨ ਸਮਾਧੀ ਦੀ ਬੁੱਧ ਪ੍ਰਕਾਸ਼ ਸਮਾ ਰਮ ਗਏ, ਜਿਵੇਂ ਰਾਮ 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 ਵਿੱਚ ਰਮ ਜਾਣਾ ਰਮੇ ਕੀ ਗੱਲ ਅਨਹਤ ਸੁਨ ਰਤੇਸ਼ੀ ਕੈਸੀ। ਇਹ ਨਾਨਕ ਥਪਾ ਆਪਿਓ ਵਰਣਨ ਕਰੋ ਜੋ ਸੁਨ ਸਾਇਲੈਂਸ ਸਮਾਧੀ ਵਿੱਚ ਅਸੀਂ ਵੀ ਬੈਠੇ ਰਹਿੰਦੇ ਹਾਂ। ਜੁਗਾਂ ਪ੍ਰਤੀ ਦੀਆਂ ਸਾਧੂਆਂ ਦੀ ਕੋਈ ਆਮ ਗੱਲ ਨਹੀਂ ਕਿ ਪੇਤਲੀਆਂ ਦੀਆਂ ਜੜ੍ਹਾਂ ਨੇ, ਇਹ ਮਹੀਨੇ 2 ਮਹੀਨੇ ਦੀਆਂ, 6 ਮਹੀਨੇ ਦੀਆਂ, ਸਾਲ ਦੀਆਂ, ਇਹ ਤਾਂ ਜੁਗਾਂ ਤੋਂ ਚਲੀ ਆਦਿ ਅਨਾਦਿ, ਇਹਦਾ ਨਾ ਆਦ ਹੈ ਨਾ ਅੰਤ ਹੈ। ਪਰੇ ਤੋਂ ਪਰੇ ਜੇ ਆਦ ਦੇਖੋ ਤਾਂ ਵੀ ਇਹਦਾ ਕੋਈ ਆਦ ਮੁੱਢ ਲੱਭੇ ਨਹੀਂ ਸਕਦਾ, ਇਹਦਾ ਅੰਤ ਕੋਈ ਪਤਾ ਨਹੀਂ ਹੈ। ਬਹੁਤ ਕੁਛ ਹੈ ਸਾਧੂਆਂ ਦੇ ਬਾਰੇ। तो ये आदि अनादि जे ब्रह्म है तो सत्य है। अगर क्या प्यार विच अगर हजरत मोहम्मद ना होते तो खुद खुदाई ना होती, हम तुम ना होते तो हमारी तुम्हारी जुदाई ना होती। पर इनू मेलन वाला भी कोई आउंदा ना जोड़न हारो सन। वो रब दियां जड़ां कित्थे तक ने, रब दे प्यारियां दियां कित्थों ते कित्थे तक पईयां ने। ब्रह्म बिरश है एक, इहदे वास्ते हाँ अनहद सुन रते से कह सुन समाधि आप दा स्वरूप जिथे आउंदा है ते उस प्यार विच क्या वो से कैसे गुरु ਸਾਹਿਬ ने कहा जिस दे उपजे तिसी ही जैसे। हुण ਅਸੀਂ कहांगे कि संत हाँ जिहड़े इस सुन समाधि हुण संत महाराज दे तप बारे जे होर नहीं तां तपस्या दा या हजूर साहिब दा या आर्मी विच या पोठोहार विच आम बंदियां दी साडी गति नहीं। पढ़ लैंदे आ संत बिलास दी कथा भी पढ़ ली सुना दी, पर यह तां नहीं किसी ने चारा कीता कि मेरे अंदर भी ये स्पिरिट पैदा हो जाए। सिर्फ उन्हां दे बचनां नाल ही आधार हो जाता है यार। उन्हां दी सूरज प्रकाश की जिहड़ी शक्ति है वो जिथे जिथे लो ये नहीं कोई रीस करे कि मैं भी गुफा विच बैठा मैं भी उसी तरह करा, वो तो रीसा करे तिनाड़ियां नहीं। उन्हां दे बचनां चों कुछ अमृत मिलता है। जे उन्हां दियां समाधियां लगियां तो पोठोहार दे लोगां ते पत्थर हिरदियां ते ये ब्रह्म बूटे दा बिरश लग गया। वो पत्थरों दी मौणा ते भी ये ब्रह्म दा आनंद सी। से कैसे जिस ते उपजे ते नहीं तिस ही जैसे। उन्हां दियां दिन रात दी कमाई दा आनंद है। जिथे आ समाधि दा आनंद है उथे तां दिन रात दी समाधि लगी रहती है। रब दे प्यारियां दी दिन रात दी समाधि लगी रहती है। रब दे रब दे प्यारियां रब दे प्यारियां रब दे प्यारियां रब दे प्यारियां दी दिन रात दी समाधि लगी रहती है। रब दे प्यारियां दी दिन प्यारे जी रब दे प्यारियां दी प्यारिओ नाम दे जपण वाले जी।
ਸਮਾਧੀ ਲੱਗੀ ਰਹਿੰਦੀ ਹੈ ਰਾਮ ਦੇ ਪਿਆਰਿਆਂ ਦੀ। ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ ਰਾਮ ਦੇ ਪਿਆਰਿਆਂ ਦੀ। समाधि का आनंद आपने अंतर सुनन बाहर सुनन सुनन शब्द के अंदर साइलेंस एक शब्द आनंद आत्म राम का पसा जिन्होंने सतपुरुषों के सिद्ध लोगों के ते गुरु नानक साहब का विचार सी सिद्ध गोष्ठ का जिस तरह मैं समाधि ते बोलिया भी जिथे एक पहर भी इन्ना सतपुरुषों समाधिष्ट हो जा। कितनी दफा अपनी जीवन गात अमृत कथा जीवन विच संत महाराज जिथे जिथे गुरु सागर मस्तवाणा तो इलावा इन्हां धरतियां विच कीर्तन 21 दिन का निरोल लिखिया। उस तो इलावा घर घर चरण पाने इन्हां गलियां महलियां नूं इन्हां नगरां नूं किन्ने किन्ने भाग 21 दिन का ही इतिहास सामने है। समझो इत्थे प्रताप की वरत्या पिया देख रहे हो। समझो एक हजूर साहब का नक्शा सामने नजर आ रहा है। ये प्रताप है जिथे ऐ समाधि कितने ने जुग भगती नूं अमर कर गए। भगती उस भगती विच अपने अमृत आनंद जो है जिस तरह इत्थे ही नहीं मैं बोल रहा एक और प्रमाण दूंगा कि जिन्हां दे रोम रोम विच मुरार वस गया रोम रोम विच शब्द की धुन पैंदी है। उन्हां दे बारे मैं आपनूं कोई दफा खलासियां फकीरां दियां स्टेजां ते और कि शम्स तबरेज के बारे ही लाओ अनलग शब्द जिमें ओंग सोंग सी राम राम सी आप सिख धर्म में बाबा नानक साहब तो सतनाम तो मुराद और अमृत छकना। उस तो बाद हुण वाहिगुरू गुरु मंत्र विच मूल मंत्र ब्रह्म का परमेश्वर का जाप कोई इत्थे सतनाम शब्द विच कोई वाहिगुरू शब्द विच पर वो अनलहक जे कि तू कौन है इस दे विचार नाल कि तू कौन है तो से सिखा उथे आप जीव गति विच बोल रहे। ये तो भरम ने जिन्हों ने ये कर्मखंड सरमखंड धर्मखंड आदि तो जिमें सरमखंड उथे सारे नियमां वाले नूं कायम रखना पैंदा मर्यादा नूं कायम रखना पैंदा। जिहड़े उत्ते लंघ गए उन्हां दे वास्ते ये मर्यादा पिछे रह जाती है। पर इस आनंद विच शब्द आनंद विच अरूढ़ होंदे हुए उन्होंने आ कौन है। कई फकीर बाबा जी बारे मैं बोलता होया सिख धर्म विच निर्मले बाबा वीर सिंह जी नरंगावादी हुए जिन्हां तो तीसरे थां ते जाके होती मरदान चलिया जिन्हां पहले जसवंत सिंह नाम सी और अंबाले दी इधर वाल तकीए जरा पर अंबाला अंबा वाला उस रियासत में फिर वो जिला भी बन गया तहसील भी है थाना भी वही कुड़ी नगर उत्थे नेड़े भावें जमपल हुए पर एक महापुरख का मिलाप हो गया। बाबा वीर सिंह नरंगावादी आम नहीं थे बंदगी वाले पुरुष घोड़ सवार और उस बालक नूं भी भावें पुलिस विच ड्यूटी करते सन। उस तो पहला दुनियावी विद्या भी पढ़ते कुछ लगन सी गुरबाणी दी माता पिता सिख सन गुरु ग्रंथ साहब और गुरुद्वारे के पाठ का गुरु महाराज भावें सहज या अखंड कुछ नहीं सी सुत ही बाणी पढ़ते हैं। एक महापुरख ने आके घोड़ा टका दिता बाहर बन दिता मतलब अंदर गए तो एक नौजवान चौर चलाता उदों बाद बाणी पढ़ते संत महाराज देखी गए। बाद विच चलो जो उन्होंने वस्त्र महाराज से पहना दिता उठे घर नूं तुरन लगे तो देखा एक प्रतापी पुरख बैठा चेहरे का जलाल चलिया नहीं जाता
ਗੁਰਸਿੱਖ ਸੀ, ਹੱਥ ਜੋੜੇ, ਨਮਸਕਾਰ ਕੀਤੀ। आओ बाबा जी मेरे घर नूं चलो, घोड़ा भी लै चलो। इत्थे गुरुद्वारे तां कोई सिख भी नहीं, कोई इत्थे लंगर दा प्रबंध नहीं, कर लियाउणा मतलब ये कोई पूर्वला कर्म सी। साधु दा मिलाप होना ये संचित कर्म, पूर्वला कर्म है। कोई जद भाग जागदा फिर वो कदे बिरथा भी नहीं जाता, बेअर्थ नहीं जाता। जे पूर्ण महापुरख कदी मिल जाए वो सुते भाग जगा जाता है। जन्मां जन्मां दे सुते भागां नूं जगाउण वाला इक्को एक महापुरख है। बस गुरु तो सदा ही प्रकाश ने। वो रोज तो नहीं आउंदे हुण, वो रोज कहणगे मैं नानक आ गया, रोज घोड़ा लैके कहणगे मैं गुरु गोबिंद सिंह आ गया। महाराज ने इन्होंने प्रथा आप विच धारणा पढ़ी दी, कहणगे तां पखंडी फिरदा है। आम लोगां ने कोई हो, कोई हरे बूट रहे हो लखां करोड़ां चों इक अद्धा नहीं, कहणगे तां एवें तुरिया फिरदा है पखंडी। पर महापुरुषां नूं लियाउणा, चबारे च उन्हां दा आसन लाता, घोड़ा घर बन दिता, जल पान भोजन जो छकाया, सेवा भी की। सेवा तो बाद रात कटी संतां ने। दूसरे अमृत वेले सवा पै रात्रि, भावें रात नूं भी अपना भोजन तो बाद घंटा रेस्ट तो बाद फिर समाधि लगी। देखी गए भी संत सारी रात ही बैठे रहे। अमृत वेले उठ के इशनान किया, सोचे इशनान कर अपने आसन से, फिर भी सिमरन विच बड़ा असर पिया। दिवस चढ़िया, हाजरा कराया, जैसा मिसे प्रसादे घरां विच होर भी जो सरिया, सादगी विच भोजन। संत कहने लै पए हुण चले असीं तां प्रेमी। उन्हां दे पिता माता भी नमस्कारां करदे ने, भेटा रखदे ने। कहंदे भेटा तां तूं आ प्रेमी होरे। कहना महाराज मैनूं तां नाल ही लै चलो। कहते लै चलांगे जे ते तू काम कराउणा है, कोई सेवा करी। कहते महाराज मैनू कोई जुगती तां दस दो नाम जपण दी। बाणी पढ़दा मैं, नितनेम भी करदा। कहते जुगतियां तां महापुरुष कहते भाई तुहानू पहले ही दसियां होईयां ने साडियां। जुगती आही है जिहड़ी जोड़ना सी। जोग जुगत सुन आयो गुर ते, गुरिया भेद बता। कहते महाराज फिर भी, कहते अच्छा पंज बाणियां पढ़ के मूल मंत्र जपी, वाहिगुरू शब्द का सिमरन करदा रही। पंज बाणियां दी पाठ तो बाद रात नूं भी एकांत बैठ जा कर, अजे जप जप। पर एक गल है, साडे कोल कित्थे अंबाला, कित्थे नरंगावाद। ये अमृतसर दे कोल आ, वो औरंगाबाद है महाराष्ट्र विच। अजकल उदों बाद बाबा महाराजा सिंह होए जो रब्बो नगर तो सियोड़े दे नाल है। बाबा महाराजा सिंह अज भी उन्हां दी छौणी मशहूर है। और उस तो इलावा अगे जाग लगे भाव मेरी कहण तो ये कौन महापुरुष पुलिस की ड्यूटी उदों बाद पढ़न तो बाद सिमरन करते रहे, थानेदारी भी की। पर अचानक ऐसा समा आया एक दिन, महापुरुष हाँ तेनू औरंगाबाद आना पऊ, एक वचन जांदे बाबा वीर सिंह करके, अगर तू ना आया एक वचन की कीता प्यार नाल। पता नहीं फकीर कित्थे बोल जांदा है जिन्हां दी रसना ते परमेश्वर भविष्य वचन है जोड़न वाला। कहते जोड़िया तो तू पहले ही है, पर औरंगाबाद ना भुल जाई, कदे आउणा हो एड्रैस लिखा दिता, इस तरह रस्ते ते आउणा है अमृतसर दे नेड़े। पर एक गल है, अगर तू सानू भुल गया ना आया तैनू असीं सिर तो फड़ के लियावांगे। किड्डा वचन है इस प्यार विच। वो महापुरुषां दा कोई बोलना है जिन्हां दी रसना ते पढ़ियो, बसे साध की रसना हर जी वसदा, हर जी बसे साध की रसना हर जी वसदा, हर जी वसदा।
ਮਸਤ ਮਰਜੀ ਵਰਤੈ। ਪ੍ਰਭ ਜੀ ਬਸ ਸਾਧਕੀ ਰਸਨ, ਨਾਨਕ ਜਨ ਕਾ ਦਾਸਨ ਦਰਸ਼ਨ। ਕਿਉਂ? ਉਹ ਤਾਂ ਪਰਮੇਸ਼ਰ ਨੂੰ ਜਦੋਂ 24 ਘੰਟੇ ਵਿਸਾਰਨੇ ਨੇ, ਅੱਠੇ ਘੜੀ ਕਿਆ 24 ਘੰਟੇ ਹੀ ਸਿਮਰਨ ਦਾ, ਅੱਠੇ ਪੈਰ, ਘੜੀ ਘੜੀ ਸਵਾਸ ਸਵਾਸ ਮਹਾਂਪੁਰਖ ਬੋਲਦੇ ਵੀ ਨੇ। ਜਿਵੇਂ ਬਹੁਤ ਬਚਨ ਆਉਂਦੇ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਪਰ ਉਹ ਤਾਂ ਸਾਂਝ ਸਾਰਿਆਂ ਨਾਲ ਹੀ ਹੈ। ਸਾਂਝ ਵੀ ਕਿਸੇ ਨੂੰ ਇਹਨਾਂ ਵਿੱਚੋਂ ਵੀ ਆਪਣਾ ਬਣਾਉਣਾ, ਜੋੜਨਾ ਵੀ ਹੈ, ਉਹਨੂੰ ਵੀ ਕੋਈ ਨੂਰ ਦੇਣਾ। ਭਾਵ ਚੰਗਾ ਭਾਈ ਹੁਣ ਤੂੰ ਆਪਦਾ ਕੰਮ ਕਰ, ਆ ਜੀ ਕਿਤੇ ਆਓ। ਇੱਕ ਤੀਰ ਮਿੱਠਾ ਜਾ ਮਾਰ ਗਏ। ਬਾਣੀ ਦਾ ਜਿਵੇਂ ਮਹਾਂਪੁਰਖਾਂ ਦੀ ਰਚਨਾ ਦਾ ਚੱਲਿਆ ਬਾਣ, ਮੈਂ ਸੰਖੇਪ ਵਿੱਚ ਜੀਵਨ ਨੂੰ ਸੰਕੋਚਦਾ ਹੋਇਆ। ਉਸ ਤੋਂ ਬਾਅਦ ਉਹ ਗ੍ਰਸਤੀ ਵੀ ਹੋ ਗਈ ਔਰ ਡਿਊਟੀ ਸਰਵਿਸ ਜੋ ਪੁਲਿਸ ਲਾਈਨ ਦੀ ਸ਼ੁਰੂ ਕਰ ਦਿੱਤੀ। ਪਰਿਵਾਰ ਬੱਚੇ ਵੀ ਹੋ ਗਏ। ਮਹਾਂਪੁਰਖ ਜੋ ਉਪਦੇਸ਼ ਦੇ ਗਏ, ਬਸ ਕਹਿੰਦੇ ਆਮ ਕਹਿੰਦੇ ਆ, ਜੇ ਕਹੋ ਭਾਈ ਤੁਸੀਂ ਸੰਗਤ ਵਿੱਚ ਨਹੀਂ ਆਉਂਦੇ ਜੀ, ਤੁਹਾਨੂੰ ਪਤਾ ਹੈ ਤਾਂ ਕਲਯੁਗੀ ਜੀਵਨ ਕੰਮੇ ਨਹੀਂ ਮੁੱਕਦੇ ਧੰਦੇ। ਬਈ ਭਲਿਆ ਲੋਕਾਂ, ਇਹ ਕਿਤੇ ਮੁੱਕਣੇ ਨਹੀਂ। ਜਦੋਂ ਤੂੰ ਤੁਰ ਜਾਏਗਾ ਧੰਦੇ ਨਾਲੇ ਤੁਰ ਜਾਂਦੇ ਨੇ, ਪਿੱਛੋਂ ਫਿਰ ਕਿਵੇਂ ਕਰਨਾ ਆਵੇਂਗਾ। ਆਮ ਬੰਦਿਆਂ ਦਾ ਜੇ ਕਹੋ ਥੋੜਾ ਜਿਹਾ, ਅਸੀਂ ਤਾਂ ਜੀ ਕਲਯੁਗੀ ਜੀਵਨ ਕਹਿ ਕੇ ਕਿਹੜਾ ਛੁਡਾ ਲੈਂਦੇ ਨੇ। ਕਲਯੁਗ ਤਾਂ ਮਹਾਰਾਜ ਨੇ ਹੋਰ ਯੁੱਗਾਂ ਨਾਲ ਉੱਤਮ ਦੱਸਿਆ ਹੈ ਨਾਮ ਜਪਣ ਵਾਸਤੇ। ਕਲਯੁਗ ਉੱਤਮ ਯੁੱਗਾ ਮਾਹੇ, ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜਿਆ ਕਿਸੇ ਹੀ ਥਾਏ। ਅੱਗੇ ਤੋਂ ਜੇ ਇੱਕ ਕਰਦਾ ਸਾਰਾ ਜੱਗ ਭਰਦਾ ਸੀ। ਤ੍ਰੇਤੇ ਵਿੱਚ ਫਿਰ ਸਾਰਾ ਦੇਖਿਆ ਹੀ ਹੈ। ਰਾਮ ਰਾਜ ਵੇਲੇ ਦਾ ਰਾਵਣ ਦਾ ਦੇਖੋ। ਦੁਆਪਰ ਵਿੱਚ ਇੱਕ ਨੇ ਕੀਤਾ ਬੁਰਾ ਤਾਂ ਇੱਕ ਬੰਸਾਵਲੀ ਨੂੰ ਸਾਰਾ ਕੁਝ 56 ਕਰੋੜ ਗਏ। ਅੱਜ ਤਾਂ ਕਲਯੁਗ ਹੈ, ਤੂੰ ਕਰੇਗਾ ਮਿੱਤਰਾ ਤੂੰ ਹੀ ਭਰੇਗਾ। ਚੰਗਿਆਈ ਕਰ ਲੈ, ਚੰਗੇ ਕਰਮ ਤੇਰੇ ਬਣ ਜਾਣਗੇ। ਕਰਮ ਹੀ ਇਤੋਂ ਕਰਮ ਵੀ ਕਿਤੇ ਘੜੇ ਜਾਂਦੇ ਨੇ। ਕਰਮ ਵੀ ਇਹ ਟਕਸਾਲ ਵੀ ਹੈ। ਆ ਜਰਾ ਤੋ ਆਓ ਇਸ ਅੰਮ੍ਰਿਤ ਆਨੰਦ ਦਾ ਜੋ ਸਾਗਰ ਹੈ ਸੰਤ ਮਹਾਰਾਜ ਦਾ ਰਚਾਇਆ, ਇੱਥੇ ਆਪਾਂ ਗੋਤੇ ਡੂੰਘੇ ਡੂੰਘੇ ਮਾਰਨ ਵਾਲੇ, ਮਛਲੀਆਂ ਰੂਪ ਐਸੇ ਡੂੰਘੇ ਤੋਂ ਡੂੰਘਾ ਜਿੱਥੇ ਹੀਰੇ ਲਾਲ ਮਿਲ ਜਾਣ, ਉਹ ਆਨੰਦ ਮਾਣਨ ਵਾਲਾ ਇਹ ਪਵਿੱਤਰ ਗੁਰੂ ਸਾਗਰ ਹੈ। ਜਿਸ ਵਿੱਚ ਇੱਕ 14 ਰਤਨੇ ਨਹੀਂ, ਇੱਥੇ ਤਾਂ ਅਨੰਤ ਗਿਣਤੀ ਸੇ ਬਾਹਰ ਹੈ। ਬਹੁਤ ਕੁਛ ਨਾ ਕਹਿੰਦੇ, ਅੱਗੇ ਚਲੋ। ਸਮਾਂ ਆਇਆ ਮਹਾਂਪੁਰਸ਼ਾਂ ਦੇ ਬਚਨ ਜੋ ਸਨ ਫਲੀਭੂਤ ਹੋਣੇ ਸੀ। ਰਿਣ ਵੀ ਦੇਣਾ ਸੀ ਬੱਚਿਆਂ ਦਾ, ਪਰਿਵਾਰ ਦਾ ਪਿਛਲਾ ਲੈਣੇ ਦੇਣੇ। ਆਮ ਕਹਿ ਦਿੰਦੇ ਆ ਕਿਸੇ ਦੇ ਸ਼ੋਕ ਮਤੇ ਜਾਓ, ਉੱਥੇ ਕਹਿੰਦੇ ਹਾਂ ਜੀ ਇਹਨੇ ਰਿਣ ਦੇਣਾ, ਬਸ ਇਹ ਤਾਂ ਭਾਈ ਕੋਈ ਕੁਛ ਬਣ ਕੇ ਦਿੰਦਾ, ਕੋਈ ਕੁਝ ਬਣ ਕੇ ਦਿੰਦਾ ਹੈ। ਇਹ ਤਾਂ ਰਿਣ ਦੇਣਾ ਸੀ ਇਹਨਾਂ ਦਾ, ਇਹਦਾ ਇਸਤਰੀ ਦਾ, ਪੁੱਤਰਾਂ ਦਾ, ਧੀਆਂ ਦਾ, ਘਰ ਦਾ। ਕੋਈ ਕਿਸੇ ਦਾ ਲੇਖਾ ਦੇ ਰਿਹਾ ਹੈ, ਕੋਈ ਕਿਸੇ ਦੇ ਨਵੇੜੇ ਕਰ ਰਿਹਾ ਹੈ। ਆਮ ਚੱਲੀ ਇਹ ਹੈ ਵੀ। ਔਰ ਪਰ ਭਵਿੱਖ ਸਮਾਂ ਸੰਭਾਲਣਾ ਜੋ ਸਾਡੇ ਕਰਮਾਂ ਵਿੱਚ ਹੈ। ਜੈਸੀ ਕਲਮ ਬੁੜੀਆ ਮਸਤਕ ਤੈਸੀ ਜਿਆੜੇ ਪਾਸ, ਜੋ ਲੇਖਾਂ ਵਿੱਚ ਹੈ ਸਾਡੇ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਭਾਗਾਂ ਨਾਲ ਇਹ ਸਰੀਰ ਰੂਪ ਕੱਪੜਾ ਮਿਲਿਆ। ਕਿਸੇ ਗੁਰੂ ਮਹਾਂਪੁਰਖ ਦੀ ਜਦੋਂ ਨਦਰ ਪਈ ਤਾਂ ਆ ਦਰਵਾਜ਼ਾ ਮੁਕਤੀ ਦਾ ਵੀ ਉਹ ਖੋਲ ਦਿੰਦੇ, ਛੁਟਕਾਰੇ ਦਾ। ਹੁਣ ਭੁਗਤੀ ਨਾ ਯਾਦ ਰਿਹਾ ਧੀਆਂ ਪੁੱਤਰਾਂ ਦਾ ਦੇਣਾ ਲੈਣਾ, ਔਰ ਗੌਰਮੈਂਟ ਦੀ ਸਰਵਿਸ ਕਰਨੀ ਡਿਊਟੀ। ਮੈਂ ਤਾਂ ਬੜੇ ਰਜੇਵਿਆਂ 'ਚ, ਬਹੁਤ ਰਜੇਵੇ, ਇਹ ਜੀਵ ਦੇ ਰਜੇਵੇ ਹੀ ਨਹੀਂ ਮੁੱਕਦੇ। ਗ੍ਰਿਸਤ ਕੁਟਾਮ ਪਲੇਟਿਆ ਕਦੇ ਹਰ ਕਦੇ ਸੁਰ, ਗੌਨ ਕਰੇ ਚੌਂ ਕੁੰਟਕਾ ਕਰੀ ਨਾ ਬੈਸਣ ਪਾਏ। ਇੱਧਰੋਂ ਵੀ ਲਿਆਓ, ਜਾਓ ਇੱਧਰ ਵੀ ਜਾਓ, ਇੱਕ ਘੜੀ ਨਹੀਂ ਬੈਠਣਾ ਮਿਲਦਾ, ਇੱਕ ਘੜੀ ਵੀ ਨਹੀਂ। ਸੁਪਨਿਆਂ ਵਿੱਚ ਵੀ ਉਹ ਕੋਈ ਭੱਜਿਆ ਫਿਰੀ ਜਾਂਦਾ, ਧੰਦੇ ਕਰਦਾ, ਧੰਦੇ ਕਰਦਿਆਂ ਨੇ ਫਲ ਜਨਮ ਗਵਾਇਆ। ਸੁਖਦਾਤਾ ਮਨ ਨਾ ਵਸਾਇਆ। ਤੋ ਗੱਲ ਅੱਗੇ ਪਿਆਰ ਵਿੱਚ ਸਮਾਂ ਆਇਆ, ਕੋਈ ਸੁੱਤੇ ਭਾਗ ਫਿਰ ਜਾਗਣੇ ਸੀ। ਮਹਾਂਪੁਰਖ ਦਾ ਵਚਨ ਪੂਰਾ ਹੋਣਾ ਸੀ। ਕੀ ਹੋਇਆ? ਉਸ ਭਾਈ ਜਸਵੰਤ ਸਿੰਘ ਦੇ ਸਿਰ ਦਰਦ ਸ਼ੁਰੂ ਹੋ ਗਿਆ। ਸਰਵਿਸ ਕਰਦਾ ਹੈ, ਗ੍ਰਸਤ ਵਿੱਚ ਹੈ, ਪੁੱਤਰ ਪਰਿਵਾਰ ਹੈ, ਥਾਣੇਦਾਰੀ ਕਰ ਰਹੇ ਨੇ। ਦਰਦ ਐਸਾ ਹੋਇਆ, ਬੜੇ
ਜੋ ਜੋ ਵੀ ਕਹਿ ਦਿਓ ਵੀ ਹਕੀਮ ਤੋਂ ਵੈਦਾਂ ਤੋਂ ਸਮੇਂ ਸਿਰ ਉਸ ਵੇਲੇ, ਅੱਜ ਤਾਂ ਡਾਕਟਰੀ ਆਮ ਚੱਲੀ ਹੋਈ ਸਨ, ਪਰ ਉਸ ਵੇਲੇ ਵੈਦ ਹਕੀਮ ਬਹੁਤੇ ਸਨ। ਉਹ ਇਲਾਕਾ ਵਾਲੇ ਦਾ ਖਾਸ ਕਰਕੇ ਉੱਤੇ ਨੂੰ ਜਾਓ, ਘੱਗਰ ਦਾ ਔਰ ਨਦੀਆਂ ਦਾ, ਉਤਲੇ ਹਿੱਸੇ ਪਹਾੜੀ ਇਲਾਕੇ ਤੱਕ ਬੜੇ ਲੋਕ ਵੈਦਮਾਨ ਹਨ। ਇੰਨੀ ਹਕੀਮਤ ਹਿਕਮਤ ਹਕੀਮ ਲੋਕ ਬਹੁਤੇ ਨੇ। ਪ੍ਰਾਚੀਨ ਹੁਣ ਵੀ ਬੈਠੇ ਨੇ ਬਜ਼ੁਰਗ, ਯੂਨਾਨੀ ਵੀ ਹਿੰਦੁਸਤਾਨੀ ਵੀ, ਜੜੀਆਂ ਬੂਟੀਆਂ ਦੇਖ ਕੇ ਹੀ ਦੱਸਦੇ ਨੇ, ਜਿਹੜੇ ਹੁਣ ਵੀ ਬੈਠੇ ਨੇ, ਸਦੀਆਂ ਤੋਂ ਉੱਤੇ ਵਾਲੇ ਬੈਠੇ ਨੇ ਅਜੇ ਵੀ। ਉਹ ਬੜੇ ਕੁਛ ਹਕੀਮਤ ਲੋਕ, ਹਕੀਮੀ ਕਰਨ ਵਾਲੇ ਵੈਦਾਂ ਤੋਂ ਵੀ ਬੜੀਆਂ ਪੁੜੀਆਂ ਦਵਾਈਆਂ ਕੁਛ ਕਰ ਲਿਆ। ਫਿਰ ਉਹ ਸਿਆਣਿਆਂ ਤੋਂ ਵੀ ਦਰਦ ਨਾ ਹਟਿਆ, ਹੱਥ ਹੌਲੇ ਜਿਵੇਂ ਕਰਵਾਉਂਦੇ ਵੀ ਇਹਦਾ ਹੀ ਕਰਾ ਲਓ, ਫਿਰ ਵੀ ਨਾ ਹਟਿਆ। ਫਿਰ ਯਾਦ ਆਇਆ, ਨਾ ਡਿਊਟੀ ਹੋ ਰਹੀ ਹੈ, ਨਾ ਪਿਆ ਜਾਂਦਾ, ਨਾ ਨੀਂਦ ਆਉਂਦੀ ਹੈ, ਨਾ ਆਰਾਮ ਹੈ। ਫਿਰ ਇੱਕ ਦਿਨ ਯਾਦ ਆ ਗਿਆ, ਮਨਾ ਕਿਹੜਾ ਸਮਾਂ ਸੀ ਤੈਨੂੰ ਸਰਵਿਸ ਕਰਨ ਤੋਂ ਪਹਿਲਾਂ ਇੰਸਟੀਟਿਊਟ ਆਈ, ਜੋ ਕਹੀਏ ਕੋਈ ਵਿਦਿਆ ਖੇਤਰ ਵਿੱਚ, ਇੰਸਟੀਟਿਊਟ ਲਾਈਫ ਵਿਦਿਆ ਖੇਤਰ ਵਿੱਚ ਤੂੰ ਪੜ੍ਹਦਾ ਸੀ। ਕਹਿੰਦੇ ਇੱਕ ਮਹਾਂਪੁਰਖ ਆਇਆ ਸੀ ਨਾ, ਤੈਨੂੰ ਬਾਣੀ ਪੜ੍ਹਦੇ ਨੂੰ, ਘਰ ਵੀ ਸਮਾਂ ਮਿਲ ਗਿਆ ਉਹਨਾਂ ਦੀ ਸੇਵਾ ਦਾ ਵੀ, ਪਰ ਉਹ ਤੈਨੂੰ ਜਿਹੜਾ ਸੇਵਾ ਤੋਂ ਬਾਅਦ ਤੂੰ ਐ ਮਨਾ ਘੋੜੇ ਦੇ ਪਿੱਛੇ ਲੱਗ ਤੁਰਿਆ, ਉਹਨਾਂ ਨੂੰ ਸਵਾਰ ਕਰਾਉਣ ਵੇਲੇ, ਵਿਦੋਗੀ ਵੇਲੇ ਉਹਨਾਂ ਦੇ ਚਰਨਾਂ 'ਚ ਤੇ ਨਮਸਕਾਰ ਕੀਤੀ ਸੀ। ਔਰ ਉਹਨਾਂ ਨੂੰ ਫਿਰ ਤੇਰੇ ਵੱਲ ਮੁੱਖ ਤੱਕ ਇਹ ਕਹਿਣਾ ਪਿਆ, ਭਾਈ ਕਿਤੇ ਨਰੰਗਾਵਾਦ ਨਾ ਭੁੱਲ ਜਾਈ, ਜੇ ਆਉਣਾ ਜ਼ਰੂਰ ਹੋਊ ਸਾਡੇ ਡੇਰੇ, ਜੇ ਨਾ ਆਇਆ ਤਾਂ ਅਸੀਂ ਤੈਨੂੰ ਸਿਰੋਂ ਪਕੜ ਕੇ ਲਿਆਵਾਂਗੇ। ਉਹ ਮਹਾਂਪੁਰਖਾਂ ਦਾ ਬਚਨ ਯਾਦ ਆ ਗਿਆ, ਯਾਦ ਕਰਕੇ ਮਨ ਵਿੱਚ ਆ ਗਿਆ। ਇਹ ਆਪਣੇ ਸ੍ਰੇਸ਼ਟ ਘਰ ਵਾਲੀ ਨੂੰ ਸਭ ਤੋਂ ਪਹਿਲਾਂ, ਮਹਿਕਮੇ ਵਾਲਿਆਂ ਨੂੰ ਫਿਰ ਛੁੱਟੀ ਲੈਣੀ ਲਹਿਦਾ, ਸੰਗੀ ਸਾਥੀਆਂ ਨੂੰ ਲਹਿਦਾ, ਔਰ ਆਪਣੇ ਰਿਸ਼ਤੇਦਾਰਾਂ ਨੂੰ ਵੀ। ਪਰ ਗੱਲ ਸਭ ਤੋਂ ਵੱਡਾ ਹੁਣ ਰਿਸ਼ਤਾ ਆਪਣੇ ਗ੍ਰਿਸ਼ਤ ਵਿੱਚ ਸ੍ਰੇਸ਼ਟ ਘਰ ਵਾਲੀ ਨੂੰ, ਆਪਣੇ ਬੱਚੇ ਪਰਿਵਾਰ ਨੂੰ ਕਿਹਾ, ਗੱਲ ਸੁਣੋ, ਮੇਰਾ ਸਿਰ ਦਰਦ ਹਟ ਸਕਦਾ, ਇਹ ਕਿਸੇ ਹਕੀਮਾਂ ਵੈਦਾਂ ਤੋਂ ਨਹੀਂ ਹਟਣਾ। ਇੱਕੋ ਇੱਕ ਹੈ, ਜਿਹੜੇ ਸੰਤ ਨਰੰਗਾਵਾਦੀਏ ਬਾਬਾ ਵੀਰ ਸਿੰਘ ਆਪਣੇ ਘਰ ਮੈਂ ਲੈ ਆਇਆ ਸੀ, ਉਹਨਾਂ ਦਾ ਵਚਨ ਸੀ ਵੀ ਜੇ ਨਾ ਜਸਵੰਤ ਸਿੰਘ ਆਇਆ ਸਾਡੇ ਕੋਲ, ਤੈਨੂੰ ਸਿਰੋਂ ਪਕੜ ਕੇ ਲੈ ਆਵਾਂਗੇ। ਪਰ ਮੈਨੂੰ ਤਾਂ ਇਹੀ ਸੱਚਮੁੱਚ ਹੈ, ਇੱਕ ਸੰਤਾਂ ਦਾ ਵਚਨ ਅਟਲਾਦਾ, ਬਿਰਥਾ ਜਾਵੇ ਨਾ ਮਿਲਾਪ ਕਦੇ ਸੰਤਾਂ ਦਾ, ਬਿਰਥਾ ਜਾਵੇ ਨਾ ਮਿਲਾਪ ਕਦੇ ਸੰਤਾਂ ਦਾ। ਇੱਕੋ ਵਚਨ ਅਟਲ ਹੋਵੇ ਸੰਤਾਂ ਦਾ, ਬਿਰਥਾ ਜਾਵੇ ਨਾ ਮਿਲਾਪ ਕਦੇ ਸੰਤਾਂ ਦਾ, ਬਿਰਥਾ ਜਾਵੇ ਨਾ, ਜਾਵੇ ਨਾ ਮਿਲਾਪ ਕਦੇ ਸੰਤਾਂ ਦਾ। ਇੱਕ ਸੰਤਾਂ ਦਾ ਵਚਨ, ਇੱਕ ਸੰਤਾਂ ਦਾ, ਇੱਕ ਸੰਤਾਂ ਦਾ ਵਚਨ, ਇੱਕ ਸੰਤਾਂ ਦਾ। ਇੱਕ ਸੰਤਾਂ ਦਾ ਵਚਨ ਅਟਲਾਦਾ, ਇੱਕ ਸੰਤਾਂ ਦਾ ਵਚਨ ਅਟਲਾਦਾ।
याद आया सी बचन बुरे संतां दा, याद आया सी बचन होया संतां दा। याद आया सी बचन होया, ओ बिरथा जावे ना मिलाप कदे संतां दा, बिरथा जावे ना मिलाप कदे साधु दा। बिरथा जावे ना मिलाप कदे संतां। ਸਾਧ ਸੰਗਤ ਕਈ ਪੰਕਤੀਆਂ ਦਾ ਇਹਦੇ ਵਿੱਚ ਨਿਚੋੜ ਮੈਂ ਦੇ ਚੁੱਕਿਆ ਬਈ ਮੈਨੂੰ ਸੰਤਾਂ ਦੇ ਮਿਲਾਪ 'ਚੋਂ ਔਰ ਉਹਨਾਂ ਦੀ ਸੇਵਾ ਤੋਂ ਨਾਮ ਮਿਲਿਆ, ਔਰ ਮਿਲਾਪ ਮੈਨੂੰ ਇੱਕ ਬਚਨ ਵੀ ਕਰ ਗਏ ਸੀ, ਇਹ ਅਟਲ ਹੈ। ਵਿਸ਼ਵਾਸ ਹੈ ਮੈਨੂੰ ਗੁਰਬਾਣੀ ਤੇ ਵੀ। ਮੇਰੇ ਤਾਂ ਅੱਜ ਕਹਿੰਦਾ ਦਿਮਾਗ ਵਿੱਚ ਆਈ ਹੈ, ਸੁਰਤੀ ਵਿੱਚ। ਘਰ ਵਾਲੇ ਕਹਿੰਦੇ ਫਿਰ ਹੁਣ ਕੀ ਕਰੀਏ? ਮੇਰਾ ਸਿਰ ਤਾਂ ਕਹਿਣ ਲੱਗਿਆ ਸੰਤਾਂ ਕੋਲ ਜਾ ਕੇ ਹਟਣਾ, ਆਪਾਂ ਡੇਰੇ ਚੱਲੋ। ਬਚਨ ਜਾਂਦੇ ਜਾਂਦੇ ਕਰ ਗਏ ਸਨ, ਜੇ ਨਾ ਆਏ ਵੀ ਸਿਰੋਂ ਪਕੜ ਕੇ। ਅੱਜ ਮੈਨੂੰ ਤਾਂ ਬਿਲਕੁਲ ਨਿਸ਼ਚੈ। ਘਰ ਵਾਲੇ ਕਹਿੰਦੇ ਤੁਹਾਨੂੰ ਆਰਾਮ ਹੋਣਾ ਚਾਹੀਦਾ, ਕਹਿੰਦੇ ਚਲੋ ਫਿਰ ਤੁਸੀਂ ਵੀ ਨਾਲੇ ਆਪਣਾ ਕਰ ਲਓ, ਬਸਤਰ ਕੱਪੜਾ ਲੈ ਲਓ, ਬੋਝਾ ਜੋ ਕੁਝ ਲੈਣਾ ਬੰਨ ਲਓ ਬਿਸਤਰਾ, ਤੁਹਾਨੂੰ ਵੀ ਦਰਸ਼ਨ ਕਰਾਈਏ। ਪਰਿਵਾਰ ਨੂੰ ਨਾਲ ਲੈ ਲਿਆ, ਤੁਰ ਪਏ। ਕਿਉਂਕਿ ਜਿੱਥੇ ਸਰੀਰ ਦੀ ਔਰ ਇੱਕ ਮਹਾਂਪੁਰਖ ਦੀ ਯਾਦ ਪਤਾ ਨਹੀਂ ਕੀ ਬਖਸ਼ ਦੇਣ, ਬਚਨ ਕਰ ਗਏ, ਤੁਰ ਪਏ। ਜੀਵਨ ਦਾ ਉਹਨਾਂ ਦਾ ਨਿਚੋੜ ਹੈ। ਜਦੋਂ ਸੰਤ ਸਮਝੋ ਅੰਬਾਲੇ ਤੋਂ ਅੰਮ੍ਰਿਤਸਰ ਦੇ ਅੱਧ ਵਿੱਚ ਜਲੰਧਰ ਹੀ ਗਏ ਨੇ, ਲੁਧਿਆਣਾ ਲੰਘ ਗਏ ਸੰਤਾਂ ਦਾ। ਉਸ ਵੇਲੇ ਸੰਤ ਕਿੱਥੇ ਸਮਝੋ, ਸੰਤ ਤਾਂ ਮਿਲਾਪ ਹੋਣ ਤੋਂ ਅੱਗੇ ਬਣੇ ਬਣਾਏ ਜਨਮਾਂ ਦੇ ਹਨ, ਪਰ ਭੁਲੇਖਾ ਹੈ ਥੋੜਾ ਜਿਹਾ ਜੀ। ਤਾਂ ਉਸ ਵੇਲੇ ਅੱਧਾ ਸਿਰ ਹਟ ਗਿਆ, ਉਦੋਂ ਯਾਦ ਆ ਗਿਆ। ਪੜ੍ਹਦੇ ਹਨ ਨਾ ਪਹਿਲੇ ਵੀ, ਅੰਡ ਵਿਨਾਸੀ ਜੇਰ ਵਿਨਾਸੀ ਉਤਪਰ ਸੇਤ ਬਣਾ। ਐ ਮਨਾ ਉਹ ਸੰਤਾਂ ਦਾ ਵਚਨ ਜੇ ਅੱਧ 'ਚ ਆ ਗਏ, ਘਰ ਵਾਲੀ ਨੂੰ ਕਹਿਣ ਲੱਗਿਆ ਆਪਾਂ ਸੰਤਾਂ ਦੇ, ਮੈਨੂੰ ਯਾਦ ਹੈ ਐਡਰੈਸ ਲਿਖਾਇਆ, ਆਪਾਂ ਅੰਮ੍ਰਿਤਸਰ ਦੇ ਅੱਧ ਵਿੱਚ ਆ ਗਏ ਹਾਂ ਤੇ ਮੇਰਾ ਤਾਂ ਅੱਧਾ ਸਿਰ ਹਟ ਗਿਆ। ਜੇ ਆਪਾਂ ਸਿਰੇ ਚਲੇ ਗਏ ਬਿਲਕੁਲ ਹਟ ਜਾਣੇ। ਪਰ ਕਦੇ ਇਹ ਚੰਦਰਮਾ ਨਾਸ ਹੋ ਜਾਵੇ ਪਰ ਸਾਧੂਆਂ ਦਾ ਬੋਲ ਨਾ ਕਰੇ। ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਜੀ ਸਾਧੂਆਂ ਦਾ, ਚੰਦਰਮਾ ਨਾਸ਼ ਹੋ ਜਾਵੇ।
ਬਾਅਦ ਵਿੱਚ ਨੱਠਿਆ। ਕਹਿੰਦੇ ਇਹ ਨਹੀਂ ਟਲਣ ਵਾਲਾ। ਘਰ ਵਾਲਿਆਂ ਨੇ ਵੀ ਸ਼ਰਧਾ ਬਣ ਗਈ ਵੀ ਐਵੇਂ ਨਹੀਂ ਸੇਵਕ, ਇਹਦੇ ਅੰਦਰ ਹੈ ਕੁਛ ਥਾਂ, ਅਸੀਂ ਵੀ ਕੁਛ ਸ਼ਰਧਾ ਧਾਰਨ ਕਰੀਏ। ਗੱਲ ਕੀ ਮੰਜ਼ਿਲ ਤੈਅ ਕਰ ਲਈ। ਜਦੋਂ ਨਰੰਗਾਵਾ ਡੇਰੇ ਪਹੁੰਚ ਗਏ ਸਾਹਮਣੇ, ਤਾਂ ਮੂਹਰੇ ਉਹੀ ਮਹਾਂਪੁਰਖ ਜਿਨ੍ਹਾਂ ਦਾ ਪ੍ਰਤਾਪ ਬੜਾ ਪ੍ਰਭਾਵਸ਼ਾਲੀ ਚਿਹਰਾ ਹੈ, ਨੂਰ ਦਗ ਦਗ ਕਰਦਾ, ਤੂੰ ਹੀ ਤੂੰ ਨਿਰੰਕਾਰ ਦਾ। ਰੋਮ ਰੋਮ ਚੋਂ ਆਨੰਦ ਆ ਰਿਹਾ। ਦੂਰੋਂ ਤੱਕਿਆ, ਨੇੜੇ ਗਏ। ਕਿੰਨੀ ਦੇਰ ਹੋ ਗਈ ਵਿਛੋੜੇ ਨੂੰ। ਉਦੋਂ ਇੱਕ ਵਿਦਿਆਰਥੀ ਸੀ, ਗ੍ਰਸਤੀ ਵੀ ਹੋਏ, ਸਰਵਿਸਮੈਨ ਮਹਾਂਪੁਰਸ਼ ਅੰਤਰਜਾਮਤਾ ਦੇ ਘਰ ਨੇੜੇ ਆਏ ਕਿ ਪਿਆਰ ਨਾਲ ਇਹ ਸ਼ਬਦ ਬੋਲੇ, ਨਾਲ ਪਰਿਵਾਰ ਹੈ, ਕਦੇ ਦੇਖਿਆ ਨਾ, ਘਰ ਵਾਲੀ ਬੱਚੇ ਪਰਿਵਾਰ ਨਾਲ ਹੈ। ਮਹਾਂਪੁਰਸ਼ ਕੀ ਕਹਿੰਦੇ ਨੇ, ਕਿਉਂ ਭਾਈ ਜਸਵੰਤ ਸਿਆ, ਤੇ ਤੈਨੂੰ ਹੁਣ ਸਿਰੋਂ ਫੜ ਕੇ ਹੀ ਲਿਆਏ ਹਨ। ਇਹ ਮਹਾਂਪੁਰਖਾਂ ਦਾ ਬਚਨ। ਇਹ ਸਿੱਧ ਬਾਬਾ ਪੂਰਨਦਾਸ ਨੇ ਦਾਸ ਨੂੰ ਵੀ ਕੋਈ ਬਚਨ ਕਿਸੇ ਵੇਲੇ ਕੀਤਾ ਸੀ। ਮੈਂ ਹਜ਼ੂਰ ਸਾਹਿਬ ਦੀ ਤਿਆਰੀ ਕਰ ਲਈ ਸੀ 14 ਸਾਲ ਵਾਸਤੇ। ਸੰਤ ਮਹਾਰਾਜ ਦੇ ਜਿਸ ਤਰ੍ਹਾਂ ਆਪਣੀ ਕੋਈ ਨਿਯਮਾਵਲੀ ਤਪਦੀ ਬਣਾਈ ਸੀ, ਮੈਂ ਗੁਰੂ ਸਰ ਚੱਕਰ ਤੋਂ ਸੱਚ ਦਰਗਾਹ 'ਚ ਬੋਲ ਰਹੇ ਹਾਂ। ਪਰ ਜਦੋਂ ਉਹਨਾਂ ਨੇ ਖਿੱਚ ਕੇ ਲਿਆਉਣਾ ਸੀ, ਲੈ ਆਏ। ਪਰ ਮੈਂ ਕਦੇ ਨਹੀਂ ਸੀ ਬਚਪਨ ਤੋਂ ਮਿਲਿਆ, ਨਾ ਮੈਂ ਕਦੇ ਦਰਸ਼ਨ ਕੀਤੇ ਸੀ। ਪਹਿਲਾਂ ਹੀ ਅੰਤਰਜਾਮੀਆਂ ਸਤਪੁਰਸ਼ਾਂ ਨੇ ਨਾਂ ਵੀ ਲੈ ਦਿੱਤਾ, ਔਰ ਇਹੀ ਕਿਹਾ ਸੀ ਲੱਤੋਂ ਫੜ ਕੇ ਲਿਆਏ ਹਾਂ। ਮੈਂ ਜਾਣਾ ਹਜ਼ੂਰ ਸਾਹਿਬ, ਬਈ ਇੱਕ ਬਾਜਾ ਕੋਲ ਕਦੀ ਆਨੰਦ ਆਊ ਸ਼ਬਦ ਪੜ੍ਹ ਲਿਆ ਨੇ ਗੋਦਾਵਰੀ ਕਿਨਾਰੇ। ਇਹ ਖਾਲੀ ਬਾਜਾ ਜਾਂ ਵਜਾਉਂਦੇ ਬਣੇ ਆ, ਬਥੇਰਾ ਰਾਗੀਆਂ ਵਾਂਗ, ਕੋਈ ਸੁਣਦਾ ਹੀ ਨਹੀਂ ਹੈ, ਵਿੱਚੇ ਨਹੀਂ ਕੁਝ। ਕੋਈ ਰਾਹੀ ਜਾਂਦਾ ਵੀ ਗੱਲ ਸੁਣੇ, ਪਰ ਨਹੀਂ ਉਸ ਵੇਲੇ ਵੀ ਜੇ ਰਸੇ ਨਹੀਂ। ਸੰਤ ਮਹਾਰਾਜ ਦੇ ਜੀਵਨਾਂ ਦਾ ਆਨੰਦ ਕੁਛ ਮਾਣਿਆ ਸੀ, ਮਨ ਵਿੱਚ ਆਉਂਦਾ ਸੀ ਤਪੱਸਿਆ ਕਰੀਏ, ਕੋਈ ਤਪ ਕੁਛ ਤਾਂ ਹਾਸਿਲ ਕਰੋ। ਵੀ ਕੁਛ ਨਹੀਂ ਮਿਲਿਆ। ਬਹੁਤ ਗਿਆਨੀ ਸਾਧੂਆਂ ਕੋਲ ਪੜ੍ਹ ਲਏ, ਅੱਖਰ ਪੜ੍ਹ ਲਏ, ਅਰਥਬੋਧ ਵੀ ਹੋ ਗਿਆ, ਗ੍ਰੰਥ ਬੜੇ ਪੜ੍ਹ ਲਏ, ਗੱਡਿਆਂ ਦੇ ਗੱਡੇ ਵੀ। ਇਹ ਵੀ ਜੇ ਕਹਿਦੇ ਆ ਤਾਂ ਥੋੜੀ ਗੱਲ ਹੈ, ਵੱਡੀ ਗੱਲ ਨਹੀਂ ਕਿ ਗੱਡਿਆਂ ਦੇ ਗੱਡੇ ਗ੍ਰੰਥ, ਪਰ ਕੁਛ ਨਾ ਕੋਈ ਗੱਲੇ ਨਾ ਸੁਣੇ, ਕੋਈ ਆਸਰ ਨਾ ਹੋਵੇ। ਮਨ ਵਿੱਚ ਫਿਰ ਤਰਕ ਲੱਗੀ ਸੀ ਵੀ ਸੰਤ ਮਹਾਰਾਜ ਤਾਂ ਉਹ ਕਿਹੜੀਆਂ ਕਿਹੜੀਆਂ ਧਰਤੀਆਂ, ਗੋਦਾਵਰੀ ਤੋਂ ਲੈ ਕੇ ਆ, ਕਿਤਨਾ ਵੀ ਤੁਹਾਡੇ 'ਚ ਬੋਲਣਾ ਮੇਰਾ ਥਾਂ ਨਹੀਂ ਬਾਣਾ। ਪਿਆਰ ਹੈ ਕਿ ਪੱਥਰ ਘਸਾ ਦਿੱਤੇ। ਇਹਨਾਂ ਸੋਚਣਾ ਪੱਥਰ ਜਿਨ੍ਹਾਂ ਨੇ ਬੈਠ ਬੈਠ ਕੇ ਇਹ ਚਰਨਾਂ ਦੇ ਆਲੇ ਦੁਆਲੇ ਚਰਨ ਲੱਗ ਲੱਗ ਕੇ ਉਹ ਪੱਥਰ ਘਸਾ ਦਿੱਤੇ। ਹੁਣ ਜਿਨ੍ਹਾਂ ਨੇ ਉਹ ਐਡੀ ਤਪੱਸਿਆ ਦਾ ਮਾਲਕ। ਤੇ ਹੇ ਮਨਾ, ਤੂੰ ਫਕੀਰੀ ਲਿਬਾਸ ਵਿੱਚ ਤੁਰਿਆ ਫਿਰਦਾ, ਤੂੰ ਵੀ ਕੁਝ ਖੱਟ ਲੈ ਇਹੋ ਜਿਹੇ ਰਸਤੇ ਤੇ ਤੁਰ ਕੇ। ਪਰ ਮਹਾਂਪੁਰਖਾਂ ਨੇ ਮਿਲਾਉਣਾ ਸੀ, ਜੋੜ ਲਿਆ। ਤੋ ਮਹਾਂਪੁਰਖ ਅੰਤਰਜਾਮੀ ਸਿੱਧ ਬਾਬਾ ਪੂਰਨਦਾਸ ਨੇ ਮੈਂ ਆਮ ਨਹੀਂ ਸੀ ਖੜਦਾ, ਕੋਈ ਜਿਵੇਂ ਹਾਥੀ ਖੜਦਾ। ਆ ਛੋਟੇ ਛੋਟੇ ਬਿਰਸ਼ਨ ਤਾਂ ਝੂਟੇ ਦਿੰਦਾ ਲੰਘ ਜਾਂਦਾ, ਉਹ ਤਾਂ ਇੱਕੋ ਹੀ ਬਿਰਸ਼ ਹੈ, ਬਰੋਟਾ ਹੈ, ਜਿਹੜਾ ਹਿੱਲਣ ਨਹੀਂ ਦਿੰਦਾ ਵੀ ਹੁਣ ਚੱਲ ਹਾਥੀਆ ਕਿੱਥੇ ਜਾਵੇਂਗਾ। ਉਹ ਮਹਾਂਪੁਰਖ ਹੀ ਹੈ ਇੱਕ, ਜਿਹੜਾ ਸਾਡੇ ਹਾਥੀ ਦੀ ਨਿਆਈ ਮਨਾਂ ਨੂੰ ਐ ਬੰਨ੍ਹ ਕੇ ਰੱਖ ਦਿੰਦਾ ਸਰੀਰ ਨੂੰ, ਵੀ ਹੁਣ ਅੱਗੇ ਜਾ ਕਿੱਥੇ ਜਾਵੇਂਗਾ। ਆਓ ਐਸੇ ਮਹਾਂਪੁਰਖ ਅੰਤਰਜਾਮਤਾ ਦੇ ਘਰ ਪੂਰਬਲਾ ਕਰਮ ਜਾਗਿਆ, ਮਿਲਾਪ ਹੋ ਗਿਆ। ਕਹਿੰਦੇ ਲਿਆਂਦਾ ਨਾ, ਉਦੋਂ ਸਾਧ ਸੰਗਤ ਦੀ ਇੱਕ ਵਚਨ ਕਰਨ ਨਾਲ ਜਿਹੜਾ ਅੱਧਾ ਸਿਰ ਦਾ ਦਰਦ ਸੀ ਉਹ ਵੀ ਖਤਮ ਹੋ ਗਿਆ। ਸਮੇਂ ਦਾ ਆਨੰਦ ਮਾਣਦੇ ਸੀ, ਪਤਾ ਨਹੀਂ ਲੱਗਦਾ। ਆਓ ਇਸ ਤੋਂ ਅੱਗੇ ਇੱਕ ਦਿਨ, 2 ਦਿਨ, 3 ਦਿਨ ਆਪਾਂ ਤੀਰਥ ਯਾਤਰਾ ਜਾਂਦੇ ਹਾਂ, ਚਲੋ ਦੂਸਰੇ ਦਿਨ ਹੱਦ ਹੈ, ਤੀਸਰੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰ ਲਓ, ਨਹੀਂ ਲੰਘ ਜਾਂਦੇ ਹਾਂ। ਆਮ ਮਹਿਮਾਨ ਆਉਂਦਾ, ਇੱਕ ਦਿਨ ਕੱਟਿਆ, ਦੂਏ ਦਿਨ ਤੁਰ ਜਾਉਣ। ਤਾਂ ਉਹ ਰੀਤਾ ਇੱਧਰ ਹੈ ਜੀ, ਪਰ ਉਧਰ ਤਾਂ ਪੜ੍ਹਿਆ ਲਿਖਿਆ ਇਲਾਕਾ, ਕੌਣ ਜਾਂਦਾ ਜੀ, ਟਾਈਮ ਹੀ ਨਹੀਂ ਕਹਿੰਦੇ ਨੇ। ਦੂਸਰੇ ਦਿਨ ਠਹਿਰੋ, ਤੀਸਰੇ ਦਿਨ ਤਾਂ ਵਿਦੋਗੀ। 2 ਦਿਨ ਰਹੇ, ਤੀਏ ਦਿਨ ਘਰ ਵਾਲੀ ਕਹਿਣ ਲੱਗੀ ਹੁਣ ਘਰ ਨੂੰ ਚਲੋ, ਆਪਾਂ ਤੁਹਾਡੀ ਡਿਊਟੀ, ਆਰਾਮ ਤਾਂ ਹੋ ਗਿਆ, ਮਹਾਂਪੁਰਖਾਂ ਦੇ ਦਰਸ਼ਨ ਹੋ ਗਏ। ਕਹਿਣ ਲੱਗਿਆ ਗੱਲ ਸੁਣ ਲਾ ਹੁਣ, ਭਲੀਆਂ ਭਾਗਾਂ ਵਾਲੀਏ, ਤੈਨੂੰ ਲੋੜ ਆ ਉਹਦੇ ਬੱਚੇ ਪਾਲ ਲੈ, ਘਰ-ਬਾਰ ਹੈਗਾ, ਮੇਰਾ ਕੁਝ ਤੇਰੇ ਕੋਲ ਸਮਾਨਾ ਜਮ੍ਹਾਂ ਕਰਾਇਆ, ਜਾਇਦਾਦ ਵੀ ਹੈ, ਤੂੰ ਤਾਂ ਉਸ ਨਾਲ ਪਾਲ ਲੈ, ਮੈਂ ਤਾਂ ਆਉਣਾ ਸੀ ਜਿੱਥੇ ਆ ਗਿਆ, ਬਸ ਹੁਣ ਨਹੀਂ ਮੈਂ ਜਾਣਾ, ਤੂੰ ਹੁਣ ਆਪਦੇ ਘਰ ਨੂੰ ਚੱਲ, ਬੱਚੇ ਸੰਭਾਲ ਆਪਣੇ। ਹੁਣ ਮੈਂ ਤੇਰਾ ਨਹੀਂ ਰਿਹਾ, ਹੁਣ ਮੈਂ ਤਾਂ ਇਹ ਮਹਾਂਪੁਰਸ਼ਾਂ ਦਾ ਬਣ ਚੁੱਕਿਆ, ਹੁਣ ਜਾ ਨਾ ਜਾ ਤੇਰੀ ਮਰਜ਼ੀ। ਉਹ ਵਿਚਾਰੀ ਘਰ ਨੂੰ ਤੋਰ ਦਿੱਤੀ। ਗੱਲ ਮੁਕਰਨ ਦੀ ਤੁਰਦੀ ਆਈ, ਆਪ ਉੱਥੇ ਹੀ ਵਿਕ ਗਏ। ਕੁਛ ਤਪ ਜਪ ਕਰਦੇ ਰਹੇ ਮਹਾਂਪੁਰਖਾਂ ਤੋਂ ਬਾਅਦ, ਫਿਰ 4 ਫਕੀਰਾਂ ਦੀ ਚੌਂਕੜੀ ਬਣ ਗਈ, ਜਿਵੇਂ ਮਸ਼ਹੂਰ ਹੈ। ਸੰਤ ਜਸਵੰਤ ਉਹਨਾਂ ਦੇ ਅੱਗੇ ਉਹਨਾਂ ਦਾ ਨਾਂ ਇੱਕ ਸੰਤ ਰਾਮ ਸਿੰਘ, ਜਵਾਹਰ ਸਿੰਘ, ਹੀਰਾ ਸਿੰਘ, ਚੌਥੇ ਜਸਵੰਤ ਸਿੰਘ। ਮਹਾਂਪੁਰਖ ਉਹਲਾ ਦੇ ਗਏ। ਗੱਦੀ ਦੇ ਮਾਲਕ ਬਾਬਾ ਮਹਾਰਾਜਾ ਸਿੰਘ ਨੂੰ ਬਣਾਇਆ ਗਿਆ ਮਹੰਤੀ।
ये चार फकीर विरक्ति विच तुर गए। समा आ गया, इन्नी अवस्था चढ़ गई कि उत्थे कर्म खंड ना शर्म ना धर्म ना ज्ञाना तो भी उत्ते तुरी अवस्था। सिद्ध बाबा भीरमदास जी का, बाबा जी साहबदास जी इस तरह हुए, अल्प मस्त हो गए चारे, जटाजूट हो गए। कोई केस बाउण का पता नहीं, कशहरा बदलने का पता नहीं, चोला पाउण का पता नहीं, चारे दिगंबर बन गए। चारे फकीर छड्ड के अमृतसर तो लाहौर, अफगानिस्तान, बलोचिस्तान वाल नूं चढ़ जाते हैं। मैं उन्होंने बारे बहुत विचार, क्योंकि गड्ढे जिथे मैं बोल गया, पर गल तो सुनन दी और रस दी है, और अगे महापुरख के प्रताप दी है। की गल, चारे फकीर मुल्तान विच फकीरां दा घर है। दरे खैबर तक गए ये चारे फकीर, बड़े बड़े अजमती करामातियां ने इन्हों रोकया नहीं किसी ने। चारे फकीरां दी अल्फ नागन एक मसीत विच जा बैठे। मुल्तान विच फकीरां दा घर है, जिथे फकीरी दा, अजमत दा, करामात दा, जिथे शम्स तबरेज फकीर मुड़ आया सी। मैं हुण इधर नहीं जाता, पर मसीत विच बैठे जिवें कोई हुण अल्फ दिगंबर होके गुरुद्वारे इत्थे आ जाए। ऐ मान लो असीं शरीयत लोग जिहड़े पंज ककारां विच हां, एक ही समझ सकांगे, ही समझांगे इत्थे कमला क्यों आ गया, उन्होंने कमला बौरा आपे तो बाहर रखांगे। ये कमले नूं बाहर कड्डो, एक दो दफा बरसांगे भी, या जिस तो सरू कुछ वस्त्र भी दो उन्होंने भी पहन ले। पर नहीं, जिन्हां दी अवस्था उच्ची है उन्होंने इन्हां नाल कोई तुलकात नहीं रहिंदा। कर्म धर्म की मुंडी काटी, सिरे कट दिता इन्हां गल्लां दा। फिर बनया अविनाशी साईं लोग, मैं निर्मल हो गया, ना धर्मी ना पापी। जिथे आनंद इन्ना सी गल की, काजी आया, भाई मलाने कई तुर गए जमातां क्लासां ला के। ये चारे फकीरां दी चौंकड़ी बैठी है। काजी ने देखिया, तुसीं शहरा तो बाहर गल करदे हो, तुहाडे वस्त्र कोई नहीं पाया, कौन हो? ऐसी पुछगिछ करदे होए कहण लगे, की लेने ते भाई, तू काजी अपनी गल कर, अपना काम कर। कहता नहीं, मैं तो हुण काबल कोल ही है, काबल रियाज ते राजे नूं तक भी चलिया जाना, और मैं शहर के लोगों को इकट्ठे कर लूँ, तुसीं उठो इत्थों चलो। कहने की गल भाई, क्यों उठाल दें तू, क्यों उठाउना है? कहते तुसीं शहरा तो खिलाफ एक गल इत्थे एडी उल्टी गल शहरा तो कीती है। काफर, काफर शब्द, काफर बाहर निकल जाओ मसीत चो। कहते मसीत है किस दी है मसीत किस दी? कहने लगे खुदा दा घर है। जे खुदा दा घर है तो फिर इत्थे खुदा आ गया, खुदा आ गया। वो तो बहुत लोगों ने इकट्ठे कर लिया है, शरीयत तरीक तो लोग भी की गई है। राजा भी आया समय का, गल मुका, इकट्ठ बड़ा भारी हो गया कि काफिर उठते नहीं, और यूं कहते नहीं मैं खुदा आ गया। भी कर की दे, जो हम पूछिए ये कर की दे, बोले कोई भी मेरा कोई दुनिया का बंदा आखे मेरा कर है, ये गुरु कर कह देंगे। गुरु की दे, गुरु की ने तोड़िया है, वो तो अगे चले जाओ, सतपुरख का गुरुद्वारा अज कह दिए। अज आदम ने खुदा दा एक घर बनाया, मक्के की नींह रखी। ये क्यों बना, ये तुसी नींह क्यों रखी है, ये मकान क्यों बनाया जाता सी? तो बुत परस्ती नहीं है, इस्लाम मादे लोग बुत परस्ती नहीं, तुसी ये नींह क्यों रखी है? ये तो ठीक है, मठाकाश तो है ना, घटाकाश मठाकाश चिदाकाश तीन काश है। वेदांती भी महापुरुष बुजुर्ग बैठे हैं विद्वान, ये क्यों बना रहे हो? असीं तो पूजा नहीं करते। कहते अजे बनाओ, इत्थे की होगा? कहने लगे इस विच खुदा आवेगा। ये कर खुदा दा बना रहा मैं, नींह रख के चलिया। इस्लामाबाद दे लोगों, किसी दिन इस विच खुदा आवेगा। पर गल मैं उधर ना हुण बताउंदा होया की गल, वो लोग इकट्ठे हो गए, काजी मूहरे हो गया, जिसनूं लोड़ कि मैं शरीयत शरा दा इत्थे एक नियमावली कोई विधान बनदा हाँ। ये तो काफिर ने, काफिरां उठे नहीं अजे तुसी चौंकड़ी। कहने लगी की गल भाई, तू क्यों घोरा ना बड़ा इकट्ठ कर लिया, बड़ा हजूम इकट्ठा होया। कहने लगे फिर भी उठो। कहने लगे फिर दस काजिया की फकीर जानते नहीं सी सन, सब कुछ जानते सन। कहने लगे घर की दे? कहते खुदा दा कर। ये तो खुदा आ गया। वो खुदा की गल सुन के कहते काफिर है, तू खुदा किवें कह देगा? अज जे किसी प्रेमी नूं कहिए
जे मैं ही बोलो कौन है वाहिगुरु, कौन है वाहिगुरु, ये ते बहुत विचारा ने। जो सीधा कह दो ना शरीयत लोगों को मैं वाहिगुरु हाँ, तो कितना दोषी बना लेंगे सन, ये दोषी बना लेंगे। पर तेरा वास्तव वाहिगुरु स्वरूप ही है। और ये भुल ना जाई किती, गुरा एक दे बजाई सब ना जिया का एक दाता, सो मैं बिसर ना जाई, ये भुल ना जाई गल। जो एक दाता है ब्रह्म है वो मैं ही हूं, ये ना गल भुल वेदांत अर्थ है। सो मैं बिसर ना जाई, ये सिखा यही तेरी आत्मा है अर्जुन रूप सिख नूं। सो जिथे जे शरा दे विच आके करांगे, गुना ने गल बुझाती सब ना एक दाता, सो मैं मैनू वो भुल ना जावेगा। पर जेड़े मंजिल चढ़ के उदा रूप हो गए, हर जन हर दो एक है, वे भी विचार किछना है। जेड़ा एक स्वरूप ही हो गए, दो आत्मा एक मिल गई, आत्मा पर आत्मा एको करे, अंतर की दुविधा अंतर में रहे, एक हो गए, दुविधा खत्म कर दी। उन आवाज अनलह कौन है, मैं खुद खुदा हूं। ठीक है, जब मन का सफाई हो गया, दुनिया की बादशाह तो क्या है, खुद खुदा ही हो गया। क्या काजी ने खुदा, हाँ मैं जे खुदा दा कह रहे तो खुदा ही आ गया इत्थे। उतों बाबा जी का नाम की पिया, खुदा सिंह पै गया। जिथे थानीदारी कर दे, किथे अज खुदा, एक ने हजरत, किसी ने अल्लाह, किसी ने मोहम्मद, चारा ने आपो अपने पहले नाम छड़ के चारे गुरपाइया ने। किसी ने कहा मैं अल्लाह हूं, इब्राहिम नूं, एक कहना मैं मोहम्मद हाँ। ये बाबा पहला की कहना मैं खुद खुदा। काजी ने चक्या मोड़ा, काफर समझ के मारन लग्या, तो महापुरुषा ने ए नेत्र ऐ कीता, उल्ट के मोड़ा काजी दे सिर विच लग्या, इन्ना ही नेत्र फेरिया, बस क्या है एक छिन विच कुछ दा कुछ कर दिंदे हन। नेत्र फुर, एक नेत्र दे फुर ने गल की सब एक कोई शक्ति है, ये लुकिया छिपिया खुदा है, सब चरना ते टह पे, जिमें बाबा नानक साहब दे मक्के गया चरना ते डिग पे जीवन काजी वर्गे लोग। गल की महापुरख दा उस तो अगे खुदा दा रूप, तो तू जिथे ब्रह्म रूप है, अनलग स्वरूप है, इत्थे टका दईए समाधि। अंतर सुनन बाहर सुनन, तिर भवन सुनम सुनन, चौथे सुनने जो नर जाने, ताको पाप ना पुनन। सवाल किया ऐना सुन रते से कैसे, जिसते उपजे तिसी ही जैसे। जिथे परमेश्वर गुरु नानक कहे तो थोड़ी गल है, जे कहते परमेश्वर साध रूप अपना तन तर है, जे खुद खुदा अल्लाह वाहिगुरु कह दो। संत महाराज आप आए सी, इत्थे समाधि लगी एक दिन नहीं 21 दिन, इस तो इलावा होर भी। तो ये धरती केड़ी है जिथे वैसन, तो इस धरती जो ता ऐ धारना पढ़ के प्यार नाल गुरस्तोत्र विच साथ आप तो मम करांगे। अज धरती भी तन तन कर दी है, अज धरती तन तन कर दी है, अज धरती भी तन तन, अज धरती भी तन तन कर दी है, धरती तन तन कर दी है। जिथे वे सुन साध जन, जिथे वे सुन साध जन,
ਸਾਹਿਬ ਪਿਆਰੇ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਪਿਆਰਾ ਲੱਗੇਗਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਮਿੱਠੜਾ ਲੱਗੇਗਾ ਬੋਲ
ਵਾਹਿਗੁਰੂ ਵਾਹਿਗੁਰੂ ਬੋਲ ਕਰਿਆ ਦਰਗਾਹ ਚ ਭਾਵੇਂ ਮਾਣ ਕਰਿਆ ਵਾਹਿਗੁਰੂ ਬੋਲਦੇ ਨਾ ਡੋਲ ਵਾਹਿਗੁਰੂ ਬੋਲਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਧੰਨ ਵਾਹਿਗੁਰੂ ਜਪ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।